ਹੈਲੋ एवरीवन। ਅੱਜ ਅਸੀਂ ਆਪਾਂ ਸਾਈਬਰ ਲੌਜ਼ ਦਾ ਲੈਕਚਰ ਸੈਕਿੰਡ ਦੇਖਾਂਗੇ। ਡਨ। ਇਸ ਵਿੱਚ ਆਪਾਂ ਹੁਣ ਸਾਈਬਰ ਲੋ ਬਾਰੇ ਤੁਹਾਨੂੰ ਮੈਂ ਕੁਝ ਜਾਣਕਾਰੀ ਦੇ ਦਿੱਤੀ ਸੀ। ਹੁਣ ਆਪਾਂ ਸਾਈਬਰ ਲੋ ਇਨ ਇੰਡੀਆ ਦੇਖਾਂਗੇ। ਡਨ। ਕਿਉਂਕਿ ਆਪਾਂ ਨੇ ਜੋ ਵੀ ਸਾਈਬਰ ਲੌਜ਼ ਦੀ ਗੱਲ ਕਰਨੀ ਹੈ, ਜੋ ਵੀ ਸਾਈਬਰ ਲੌਜ਼ ਨੂੰ ਲੈ ਕੇ ਕਾਨੂੰਨ ਬਣੇ ਹੈ, ਉਹ ਆਪਾਂ ਇੰਡੀਆ ਦੇ ਬਿਹਾਫ 'ਤੇ ਦੇਖਾਂਗੇ। ਕਿਉਂਕਿ ਇੰਡੀਆ ਨੇ ਕੀ ਕਾਨੂੰਨ ਬਣਾਏ ਨੇ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਐਗਜ਼ਾਮ 'ਚ ਉਹੀ ਪੁੱਛਿਆ ਜਾਣਾ ਹੈ। ਪਹਿਲਾ ਲੈਕਚਰ ਤੁਹਾਡਾ ਬੇਸਿਕ ਸੀ, ਤੁਹਾਨੂੰ ਸਮਝਾਉਣ ਲਈ ਕਿ ਆਖਿਰ ਸਾਈਬਰ ਲੋ ਹੁੰਦਾ ਕੀ ਹੈ, ਕਿਵੇਂ ਉਸਦਾ ਓਰੀਜਨ ਹੋਇਆ, ਅਤੇ ਕਿਵੇਂ ਵਰਡਸ ਨਾਲ ਮਿਲ ਕੇ ਉਹ ਸਾਈਬਰ ਲੋ ਕਹਾਇਆ ਗਿਆ। ਦੈਨ ਉਹਦੀ ਨੀਡ ਕਿਉਂ ਪਈ ਇਨ ਵਰਲਡ ਵਿੱਚ। ਦੈਨ ਹੁਣ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ। ਹੁਣ ਸਾਈਬਰ ਲੋ ਇਨ ਇੰਡੀਆ 'ਚ ਆਪਾਂ ਗੱਲ ਕਰਦੇ ਹਾਂ। ਠੀਕ ਹੈ, ਸ਼ੁਰੂਆਤ ਕਰਦੇ ਹਾਂ। ਕਹਿੰਦੇ ਇਨ ਇੰਡੀਆ ਸਾਈਬਰ ਲੋ ਆਰ ਕੰਟੇਨਡ ਇਨ ਦ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਵਿਚ ਕੇਮ ਟੂ ਫੋਰਸ ਇਨ October 17, 2000। ਦਾ ਮੇਨ ਪਰਪਸ ਕੀ ਸੀ ਇਸ ਐਕਟ ਦਾ? ਟੂ ਪ੍ਰੋਵਾਈਡ ਲੀਗਲ recognition to electronic commerce and to facilitate the filling of electronic records with the government। ਧਿਆਨ ਨਾਲ ਪੜ੍ਹੋ, ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ 'ਚੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸਾਈਬਰ ਨੂੰ ਲੈ ਕੇ ਪਹਿਲਾ ਕਾਨੂੰਨ ਕਦੋਂ ਆਇਆ? ਪਹਿਲਾ ਕਾਨੂੰਨ ਆਇਆ 2000 ਵਿੱਚ। ਕਿਹੜਾ ਕਾਨੂੰਨ ਆਇਆ? IT ਐਕਟ ਆਇਆ। ਡਨ। ਅਤੇ ਉਸਨੂੰ ਫੋਰਸ 'ਚ ਕਦੋਂ ਲਿਆਂਦਾ ਗਿਆ? ਡੇਟ ਬਹੁਤ ਜ਼ਰੂਰੀ ਹੈ, October 17, 2000। ਡਨ। ਯਾਨੀ ਕਿ ਕਾਨੂੰਨ ਤਾਂ ਪਾਸ ਹੋ ਗਿਆ, ਮਗਰ ਜੇ ਉਹਨੂੰ ਫੋਰਸ 'ਚ ਲਿਆਉਣ ਦੀ ਗੱਲ ਕਰੀਏ, ਇੰਪਲੀਮੈਂਟ ਦੀ ਗੱਲ ਕਰੀਏ, October 17 ਤੋਂ ਸਟਾਰਟ ਹੋਇਆ, ਉਸੇ ਸਾਲ ਵਿੱਚ। ਡਨ। ਇਹਦਾ ਮੇਨ ਪਰਪਸ ਕੀ ਸੀ ਕਿ ਆਪਾਂ ਨੇ ਇੱਕ ਲੀਗਲ ਰੈਕਗਨੀਸ਼ਨ ਦੇਣੀ ਹੈ। ਡਨ। ਕਿਸ ਨੂੰ? ਇਲੈਕਟ੍ਰੋਨਿਕ ਕਮਰਸ ਨੂੰ। ਠੀਕ ਹੈ, ਅਤੇ ਮਤਲਬ ਕਿ ਡਿਜੀਟਲ ਪਲੈਟਫਾਰਮ ਨੂੰ, ਆਪਾਂ ਨੇ ਇਲੈਕਟ੍ਰੋਨਿਕ ਕਮਰਸ ਨੂੰ, ਅਤੇ ਫੈਸਿਲਿਟ ਫਿਲਿੰਗ ਆਫ ਦੀ ਇਲੈਕਟ੍ਰੋਨਿਕ ਰਿਕਾਰਡਸ ਵਿਦ ਦੀ ਗੌਰਮੈਂਟ। ਡਨ। ਇੱਕ ਤਰ੍ਹਾਂ ਦੀ ਫੈਸਿਲਿਟੇਸ਼ਨ ਆਪਾਂ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿ ਆਪਾਂ ਜਿੰਨੇ ਵੀ ਇਲੈਕਟ੍ਰੋਨਿਕ ਰਿਕਾਰਡਸ ਹੈ ਉਸ ਨੂੰ ਆਪਾਂ ਮਤਲਬ ਕਿ ਡਿਜੀਟਲ ਫਾਰਮ 'ਚ ਰੱਖ ਸਕੀਏ ਵਿਦ ਦੀ ਗੌਰਮੈਂਟ। ਡਨ। ਸੋ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਸਾਈਬਰ ਲੋ ਨੂੰ ਲੈ ਕੇ ਪਹਿਲਾ ਕਾਨੂੰਨ 2000 ਵਿੱਚ ਆਇਆ। ਕਿਸ ਨਾਮ 'ਤੇ? IT ਐਕਟ 2000। ਫਿਰ ਉਸੀ ਐਕਟ ਨੂੰ ਜੋ ਆਪਾਂ ਅੱਗੇ ਗੱਲ ਕਰੀਏ, ਉਸੀ ਐਕਟ ਵਿੱਚ ਕੁਝ ਸਾਈਬਰ ਲੌਸ ਵਿੱਚ ਕਾਨੂੰਨ ਨਿਕਲ ਕੇ ਸਾਹਮਣੇ ਆਏ। ਕਹਿੰਦੇ ਆ ਨਾ, ਜਦੋਂ ਸ਼ੁਰੂਆਤ ਹੋ ਜਾਏ ਉਸ ਤੋਂ ਬਾਅਦ ਉਹਦੀ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ। ਇਸੇ ਤਰੀਕੇ ਨਾਲ ਜਦੋਂ 2000 ਦਾ ਇਹ ਕਾਨੂੰਨ ਆਇਆ, ਫਿਰ ਉਸ ਵਿੱਚ ਕੁਝ ਡਿਵੈਲਪਮੈਂਟ ਹੋਈ, ਜਿਸ ਵਿੱਚ ਕੁਝ ਰੂਲਸ ਲਿਖੇ ਗਏ। ਠੀਕ ਹੈ, ਉਸੇ ਸਾਲ। ਡਨ। ਤਾਂ ਉਹ 2000 ਦਾ IT ਐਕਟ ਸਰਟੀਫਾਈਂਗ ਅਥਾਰਟੀ ਰੂਲਸ। ਫਿਰ ਉਸ ਤੋਂ ਬਾਅਦ IT ਐਕਟ ਸਿਕਿਉਰਿਟੀ ਪ੍ਰੋਸੀਜਰ ਰੂਲਸ 2004। ਫਿਰ ਆਪਾਂ ਜੇ ਗੱਲ ਕਰੀਏ IT ਐਕਟ ਸਰਟੀਫਾਈਂਗ ਅਥਾਰਟੀ ਰੈਗੂਲੇਸ਼ਨਸ 2001। ਠੀਕ ਹੈ, ਇਹ ਕੁਛ ਕੀ ਨੇ ਆਪਣੇ ਉਸ ਕਾਨੂੰਨ ਨੂੰ ਲੈ ਕੇ ਕੁਛ ਦੱਸਿਆ ਹੋਇਆ ਉਹਦੇ ਬਾਰੇ, ਉਸ ਦੀਆਂ ਜਿਹੜੀਆਂ ਪ੍ਰੋਸੈਸ ਚੱਲਿਆ, ਯਾਨੀ ਕਿ ਉਸ ਪ੍ਰੋਸੈਸ ਵਿੱਚ ਕੀ ਨਿਕਲ ਕੇ ਸਾਹਮਣੇ ਆਇਆ। ਇੱਕ ਵਾਰੀ ਕਾਨੂੰਨ ਬਣਨ ਨਾਲ ਨਹੀਂ ਕਹਾਣੀ ਬਣਦੀ, ਉਸ ਨੂੰ ਹੌਲੀ ਹੌਲੀ ਮਤਲਬ ਕਿ ਉਸ ਦੀ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ ਕਾਨੂੰਨ ਦੀ, ਕਿਉਂਕਿ ਕੁਝ ਨਾ ਕੁਝ ਰਹਿ ਜਾਂਦਾ ਤਾਂ ਉਹਨੂੰ ਦੁਬਾਰਾ ਮੋਡੀਫਾਈ ਕਰਨਾ ਪੈਂਦਾ। ਠੀਕ ਹੈ, ਇਹ ਸ਼ੁਰੂਆਤੀ ਸਾਲਾਂ ਵਿੱਚ, ਸ਼ੁਰੂਆਤੀ ਜਿਸ ਸਾਲ ਆਇਆ ਉਸ ਸਾਲ ਵਿੱਚ ਇਸ ਤਰ੍ਹਾਂ ਦੇ ਆਪਣੇ ਕਾਨੂੰਨ ਸਾਈਬਰ ਲੌਸ ਨੂੰ ਲੈ ਕੇ ਨਿਕਲ ਕੇ ਸਾਹਮਣੇ ਆਏ। ਸਭ ਤੋਂ ਪਹਿਲਾਂ ਜਿਹੜਾ ਕਾਨੂੰਨ ਸੀ ਉਹ IT ਐਕਟ 2000 ਸੀ। ਫਿਰ ਉਸ ਤੋਂ ਬਾਅਦ ਕੁਝ ਰੂਲਸ ਲਿਖੇ ਗਏ ਸੀ। ਠੀਕ ਹੈ, ਸਿਕਿਉਰਿਟੀ ਪ੍ਰੋਸੀਜਰ ਬਾਰੇ ਲਿਖਿਆ ਗਿਆ ਸੀ। ਫਿਰ ਸਰਟੀਫਾਈਂਗ ਅਥਾਰਟੀ ਰੈਗੂਲੇਸ਼ਨਸ ਬਾਰੇ ਲਿਖਿਆ ਗਿਆ ਸੀ 2001 ਵਿੱਚ। ਦੈਨ ਇਹ ਤੁਹਾਨੂੰ ਇਹਨੂੰ ਯਾਦ ਰੱਖਣਾ ਹੈ। ਹੁਣ ਗੱਲ ਕਰ ਲੈਂਦੇ ਹਾਂ ਕਿ ਆਪਣੇ ਇੰਡੀਆ 'ਚ ਕਿਉਂ ਲੋੜ ਪਈ। ਠੀਕ ਹੈ, ਸਭ ਤੋਂ ਵੱਡਾ ਕੁਐਸਚਨ ਇਹ ਪੁੱਟ ਹੁੰਦਾ ਹੈ ਕਿ ਇੰਡੀਆ 'ਚ ਕਿਉਂ ਲੋੜ ਪਈ, ਕਿਉਂਕਿ ਇੰਡੀਆ ਵਿੱਚ ਸਾਡੇ ਉਰੇ ਸਾਈਬਰ ਲੋ ਦੀ ਕਹਾਣੀ ਨੂੰ ਆਪਾਂ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ। ਤਾਂ ਆਪਾਂ ਸਮਝ ਲੈਂਦੇ ਹਾਂ ਕਿ ਇਹਦੀ ਕਿਉਂ ਲੋੜ ਪਈ। ਫਸਟਲੀ ਕਹਿੰਦੇ ਇੰਡੀਆ ਹੈਜ਼ ਐਨ ਐਕਸਟ੍ਰੀਮਲੀ ਡਿਟੇਲਡ ਐਂਡ ਵੈਲ ਡਿਫਾਈਨਡ ਲੀਗਲ ਸਿਸਟਮ। ਤੁਹਾਨੂੰ ਪਤਾ ਹੈ, ਤੁਸੀਂ ਜੇ ਕਦੀ ਪੋਲਿਟੀ ਪੜ੍ਹਿਆ ਹੋਵੇ ਕਿ ਕਿੰਨਾ ਵਾਸਟ ਹੈ ਨਾ ਆਪਣੇ ਇੰਡੀਆ ਵਿੱਚ। ਸਭ ਤੋਂ ਵੱਡਾ ਕਾਨੂੰਨ ਸਾਡਾ ਆਪਣੇ ਇੰਡੀਆ ਦਾ। ਡਨ। ਇੱਕ ਤਾਂ ਕਹਿੰਦਾ ਮੈਗਨਾ ਕਾਰਟਾ ਕਿਹਾ ਜਾਂਦਾ ਆਪਣੇ ਕਾਨੂੰਨ ਨੂੰ। ਠੀਕ ਹੈ, ਇੱਕ ਤਰੀਕੇ ਨਾਲ। ਤਾਂ ਤੁਹਾਨੂੰ ਪਤਾ ਹੀ ਹੈ, ਨਿਊਮਰੀਸ਼ੀਅਸ ਲੋਸ ਇਨੈਕਟਡ ਕੀਤੇ ਗਏ ਅਤੇ ਇੰਪਲੀਮੈਂਟ ਕੀਤੇ ਗਏ। ਡਨ। ਇਨ ਕੌਨਸਟੀਟਿਊਸ਼ਨ ਆਫ ਇੰਡੀਆ। ਜੇ ਆਪਾਂ ਗੱਲ ਕਰੀਏ ਕਿ ਕਿਹੜੇ ਕਾਨੂੰਨ ਹੋ ਸਕਦੇ ਆ, ਫੋਰ ਐਗਜ਼ਾਮਪਲ IPC ਕੋਡ ਹੋ ਗਿਆ, ਇੰਡੀਅਨ ਐਵੀਡੈਂਸ ਐਕਟ ਹੋ ਗਿਆ, ਦੈਨ ਬੈਂਕਰਸ ਬੁੱਕ ਐਵੀਡੈਂਸ ਐਕਟ ਹੋ ਗਿਆ, RBI ਐਕਟ ਹੋ ਗਿਆ, ਕੰਪਨੀਸ ਐਕਟ ਹੋ ਗਿਆ। ਕਿੰਨੇ ਸਾਰੇ ਕਾਨੂੰਨ ਆਪਾਂ ਲੈ ਕੇ ਆਏ। ਡਨ। ਕਹਿੰਦੇ ਹਾਊ ਐਵਰ ਦਾ ਅਰਾਈਵਲ ਆਫ, ਕਹਿੰਦੇ ਜਦੋਂ ਇੰਟਰਨੈਟ ਆਇਆ, ਠੀਕ ਹੈ, ਉਹਨੇ ਸਿਗਨਲ ਦਿੱਤਾ ਦਾ ਬਿਗਨਿੰਗ ਆਫ ਰਾਈਜ਼ ਆਫ ਨਿਊ ਐਂਡ ਕੰਪਲੈਕਸ ਲੀਗਲ ਇਸ਼ੂ। ਠੀਕ ਹੈ, ਯਾਨੀ ਕਿ ਇਸ ਇੰਟਰਨੈਟ ਨੇ ਸਾਰਾ ਕੁਝ ਬਦਲ ਕੇ ਰੱਖਤਾ। ਜੋ ਪੁਰਾਣੇ ਕਾਨੂੰਨ ਸੀ ਉਸ ਨੂੰ ਮੋਡੀਫਾਈ ਕਰਨ ਦਾ ਵਕਤ ਆ ਚੁੱਕਾ ਸੀ ਕਿ ਉਸਨੇ ਇੱਕ ਮਤਲਬ ਕਿ ਸਿਗਨਲ ਦੇ ਦਿੱਤਾ ਕਿ ਹੁਣ ਮਤਲਬ ਕਿ ਸਾਨੂੰ ਹੋਰ ਮਜ਼ਬੂਤ ਲੀਗਲ ਰੈਕਗਨੀਸ਼ਨ ਦੀ ਲੋੜ ਹੈ। ਹੁਣ ਨਵੇਂ ਕਾਨੂੰਨ ਦੀ ਲੋੜ ਹੈ, ਕਿਉਂਕਿ ਇਸ ਦੇ ਆਧਾਰ 'ਤੇ ਜਦ ਇੰਟਰਨੈਟ ਆ ਗਿਆ ਤਾਂ ਕੁਛ ਲੀਗਲ ਇਸ਼ੂ ਨਿਕਲ ਕੇ ਸਾਹਮਣੇ ਆ ਰਹੇ ਸੀ। ਠੀਕ ਹੈ, ਮਤਲਬ ਕਿ ਇਹਦਾ ਯੂਸੇਜ ਕਿਵੇਂ ਹੋਏਗਾ, ਇਹਦੀ ਸਿਕਿਉਰਿਟੀ ਕਿਸ ਤਰ੍ਹਾਂ ਹੋਏਗੀ, ਜੇ ਸਾਰੇ ਰਿਕਾਰਡ ਔਨਲਾਈਨ ਚਲੇ ਜਾਣਗੇ ਤਾਂ ਉਸ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇਗਾ, ਸੈਂਸੀਟਿਵ ਇਸ਼ੂ ਨੂੰ ਕਿਸ ਤਰ੍ਹਾਂ ਰੱਖਿਆ ਜਾ ਸਕੇਗਾ। ਡਨ। ਇਟ ਮੇ ਬੀ pertinent to mention that all existing laws in place in India were enacted by way keeping in mind the relevant political, social, economical, cultural scenario of the relevant time. Nobody then could really visualize about the internet। ਉਸ ਵਕਤ ਜਦੋਂ ਆਪਾਂ ਇਹ ਕਾਨੂੰਨ ਬਣਾ ਰਹੇ ਸੀ, ਪੁਰਾਣੇ ਕਾਨੂੰਨ ਜਦੋਂ ਇਹ ਕਾਨੂੰਨ ਬਣ ਰਹੇ ਸੀ, ਉਸ ਵਕਤ ਸਾਨੂੰ ਕੀ ਪਤਾ ਸੀ ਕਿ ਇੰਟਰਨੈਟ ਵੀ ਆਏਗਾ। ਠੀਕ ਹੈ, ਸਾਨੂੰ ਕੀ ਪਤਾ ਸੀ ਇਸ ਚੀਜ਼ ਦਾ।
ਡਨ। ਕਹਿੰਦੇ ਕਿਸੇ ਨੂੰ ਇਸ ਚੀਜ਼ ਦੀ ਵਿਜ਼ੂਅਲਾਈਜ਼ ਵੀ ਨਹੀਂ ਸੀ, ਇਮੈਜੀਨੇਸ਼ਨ ਵਿੱਚ ਵੀ ਨਹੀਂ ਸੀ। ਡਿਸਪਾਈਟ ਦਾ ਬ੍ਰਿਲੀਅੰਟ ਐਕੂਮੈਨ ਆਫ ਆਵਰ ਮਾਸਟਰ ਡਰਾਫਟਸਮੈਨ ਦ ਰਿਕੁਆਇਰਮੈਂਟ ਆਫ ਸਾਈਬਰ ਸਪੇਸ ਕੁਡ ਹਾਰਡਲੀ ਐਵਰ ਬੀ ਐਂਟੀਸਪੇਟਡ। ਕਹਿੰਦੇ ਸਾਡੇ BR ਮਿਲਕਾ ਜੀ ਨੇ ਕਦੀ ਨਹੀਂ ਸੋਚਿਆ ਹੋਏਗਾ ਕਿ ਸਾਨੂੰ ਕਦੇ ਸਾਈਬਰ ਲਾਅ ਦੀ ਵੀ ਲੋੜ ਪਏਗੀ। ਡਨ। ਤਾਂ ਹੈਜ਼ ਦਾ ਸੱਚ ਦ ਕਮਿੰਗ ਆਫ ਦ ਇੰਟਰਨੈਟ ਲੈਡ ਟੂ ਦ ਇਮਰਜੈਂਸ ਆਫ ਦ ਨਿਮਿਊਸ਼ੀਅਸ ਟਿਕਲਿਸ਼ ਲੀਗਲ ਇਸ਼ੂ ਪ੍ਰੋਬਲਮਸ ਵਿਦ ਦ ਨੈਸੈਸਰੀ ਇਨੈਕਟਮੈਂਟ ਆਫ ਦ ਸਾਈਬਰ ਲਾਜ਼। ਕਹਿੰਦੇ ਕੁਝ ਲੀਗਲ ਇਸ਼ੂ ਨਿਕਲ ਕੇ ਸਾਹਮਣੇ ਆਉਣ ਲੱਗ ਪਏ ਜਦੋਂ ਇੰਟਰਨੈਟ ਆ ਗਿਆ, ਤਾਂ ਉਸ ਵਕਤ ਸਾਨੂੰ ਲੋੜ ਪਈ, ਹਾਂਜੀ ਹੁਣ ਸਾਨੂੰ ਲੋੜ ਹੈ ਕਿ ਸਾਨੂੰ ਸਾਈਬਰ ਲਾਜ਼ ਲੈ ਕੇ ਸਾਹਮਣੇ ਆਉਣੇ ਚਾਹੀਦੇ ਨੇ। ਸੈਕੰਡਲੀ ਗੱਲ ਕਰੀਏ, ਕਹਿੰਦੇ ਜਿਹੜੇ ਐਗਜ਼ਿਸਟਿੰਗ ਲਾਜ਼ ਹੈ ਇਨ ਇੰਡੀਆ even with the most benevolent and liberation interpretation could not be interpreted in the light of the emerging cyberspace to include all aspects related to the different activities in cyberspace. In fact, the practical experience and the wisdom of judgment found that it shall not be without the major pearls and pitfalls if the existing laws were to be interpreted in the scenario of the emerging cyberspace without enacting new cyber laws. Hence the need for the enactment of the relevant cyber laws. ਕਹਿਣ ਦਾ ਭਾਵ ਇਹ ਹੈ, ਕਹਿੰਦੇ ਦੂਜੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਪੁਰਾਣੇ ਕਾਨੂੰਨ ਸੀ ਉਹਨਾਂ ਵਿੱਚ ਕਿੱਥੇ ਵੀ ਸਾਈਬਰ ਲਾਅ ਬਾਰੇ ਇੰਨੀ ਮਤਲਬ ਕਿ ਇੰਨੀ ਵਾਸਟ ਗੱਲ ਨਹੀਂ ਕੀਤੀ ਹੋਈ ਸੀ, ਇੰਨੀ ਐਮਰਜਿੰਗ ਗੱਲ ਨਹੀਂ ਕੀਤੀ ਹੋਈ ਸੀ ਕਿ ਜਿਹੜਾ ਆਪਣਾ ਸਾਈਬਰ ਲਾਅ ਨਿਕਲ ਕੇ ਸਾਹਮਣੇ ਆ ਰਿਹਾ ਸੀ ਉਹਦੇ ਬਾਰੇ ਇੰਨੀ ਕੋਈ ਖਾਸ ਗੱਲ ਨਹੀਂ ਕੀਤੀ ਹੋਈ ਸੀ। ਤਾਂ ਜੇ ਗੱਲ ਨਹੀਂ ਕੀਤੀ ਹੋਈ ਸੀ ਤਾਂ ਸਾਨੂੰ ਇਸ ਤਰ੍ਹਾਂ ਮਜਬੂਰ ਕਰ ਦਿੰਦੇ ਆ ਕਿ ਸਾਨੂੰ ਨਵੇਂ ਕਾਨੂੰਨ ਲੈ ਕੇ ਆਉਣੇ ਹੀ ਚਾਹੀਦੇ ਹੈ। ਠੀਕ ਹੈ, ਕੁਝ ਜਜਮੈਂਟਸ ਨਿਕਲ ਕੇ ਸਾਹਮਣੇ ਆਈਆਂ ਸੀ ਜੋ ਕਿ ਸਾਈਬਰ ਲਾਅਸ ਲਿਆਉਣ ਤੋਂ ਪਹਿਲਾਂ। ਠੀਕ ਹੈ, ਉਸ ਵਿੱਚ ਇਹ ਆਖਿਆ ਗਿਆ ਸੀ ਕਿ ਕਿਆ ਵਾਕਈ ਸਾਨੂੰ ਸਾਈਬਰ ਲਾਅਸ ਦੀ ਲੋੜ ਹੈ। ਉਹ ਕਹਿੰਦੇ ਹਾਂਜੀ, ਕਿਉਂਕਿ ਜਿਹੜੇ ਪੁਰਾਣੇ ਕਾਨੂੰਨ ਹੈ ਉਹਨਾਂ ਵਿੱਚ ਕਿੱਥੇ ਵੀ ਸਾਨੂੰ ਸਾਈਬਰ ਸਪੇਸ ਬਾਰੇ ਗੱਲ ਦੇਖਣ ਨੂੰ ਨਹੀਂ ਮਿਲਦੀ। ਹੁਣ ਤੁਹਾਨੂੰ ਪਤਾ ਹੀ ਹੈ ਸਾਈਬਰ ਸਪੇਸ ਕੀ ਹੁੰਦਾ, ਮੈਂ ਫਸਟ ਲੈਕਚਰ 'ਚ ਦੱਸ ਚੁੱਕਾ। ਡਨ। ਸੋ ਆਪਾਂ ਅੱਗੇ ਦੇਖਦੇ ਹਾਂ ਕਿ ਹੁਣ ਆਪਾਂ ਅੱਗੇ ਦੇਖਦੇ ਹਾਂ ਜੋ ਤੁਹਾਨੂੰ ਸਮਝਾ ਚੁੱਕਾ। ਥਰਡਲੀ ਗੱਲ ਆਪਾਂ ਦੇਖੀਏ, ਕਹਿੰਦੇ ਨਨ ਆਫ ਦੀ ਐਗਜ਼ਿਸਟਿੰਗ ਲਾਜ਼ ਗੇਵ ਐਨੀ ਲੀਗਲ ਵੈਲਿਡਿਟੀ। ਸਮਝ ਗਏ, ਕਿਉਂਕਿ ਪੁਰਾਣੇ ਕਾਨੂੰਨ ਸੇ ਕੋਈ ਲੀਗਲ ਵੈਲਿਡਿਟੀ ਨਹੀਂ ਦਿੰਦੇ ਸੀ ਸਾਈਬਰ ਸਪੇਸ ਨੂੰ। ਫੋਰ ਐਗਜ਼ਾਮਪਲ, ਜਿਵੇਂ ਆਪਾਂ ਨੈੱਟ ਯੂਜ਼ ਕਰ ਰਹੇ ਹਾਂ ਬਾਈ ਲਾਸਟ ਮੈਜੋਰਟੀ ਯੂਜ਼ਰਸ ਫॉर ਈਮੇਲ, ਯੈਟ ਦਾ ਟਿਲ ਟੂਡੇ ਈਮੇਲ ਇਜ਼ ਨੋਟ ਅ ਲੀਗਲ ਇਨ ਆਵਰ ਕੰਟਰੀ। ਠੀਕ ਹੈ, ਈਮੇਲ ਹਲੇ ਤੱਕ ਆਪਣੇ ਕੰਟਰੀ 'ਚ ਲੀਗਲ ਨਹੀਂ ਹੈ। ਸੋ ਦੇਰ ਇਜ਼ ਅ ਨੋ ਲਾਅ ਇਨ ਦਾ ਕੰਟਰੀ ਵਿਚ ਗਿਵਸ ਦ ਲੀਗਲ ਵੈਲਿਡਿਟੀ ਐਂਡ ਸੈਂਕਸ਼ਨ ਟੂ ਦ ਈਮੇਲ। ਸੋ ਕੋਰਟਸ ਐਂਡ judiciary in our country have been reluctant to grant the judicial recognition to the legality of the email in the absence of any specific law have been enacted by the parliament has such needs arisen for the cyber law। ਤੇ ਫੋਰਥ ਗੱਲ ਕਰੀਏ, ਕਹਿੰਦੇ ਇੰਟਰਨੈਟ ਰਿਕੁਆਇਰ ਦੀ ਇਨੇਬਲਿੰਗ ਐਂਡ ਸਪੋਰਟਿੰਗ ਲੀਗਲ ਇਨਫਰਾਸਟਰਕਚਰ। ਠੀਕ ਹੈ, ਇੰਟਰਨੈਟ ਰਿਕੁਆਇਰ ਸੀ ਕਿ ਉਸਨੂੰ ਇੱਕ ਸਪੋਰਟਿਵ ਲੀਗਲ ਇਨਫਰਾਸਟਰਕਚਰ ਮਿਲੇ। ਠੀਕ ਹੈ, ਵਿਦ ਦੀ ਟਾਈਮਸ, ਤਾਂ ਕਿ ਇਹ ਹੋਰ ਡਿਵੈਲਪ ਹੁੰਦਾ ਜਾਵੇ। ਠੀਕ ਹੈ, ਇੰਨਾ ਹੈਕਰਸ ਵਿੱਚ ਜਾ ਕੇ ਨਾ ਫਸ ਜਾਵੇ। ਠੀਕ ਹੈ, ਕੁਝ ਅਟੈਕਾਂ 'ਚ ਮਤਲਬ ਕਿ ਐਸੇ ਕਿਸੇ ਵਾਇਰਸਿਸ ਜਾਂ ਐਸੇ ਕਿਸੇ ਤਰੀਕੇ 'ਚ ਨਾ ਫਸ ਜਾਵੇ ਜਿਹਦੇ ਨਾਲ ਖਰਾਬ ਹੋ ਜਾਵੇ ਦੁਨੀਆ। ਠੀਕ ਹੈ, ਇਸ ਕਰਕੇ ਇੰਟਰਨੈਟ ਨੂੰ ਰਿਕੁਆਇਰਮੈਂਟ ਸੀ ਕਿ ਇੱਕ ਲੀਗਲ ਇਨਫਰਾਸਟਰਕਚਰ ਮਿਲੇ ਤਾਂ ਕਿ ਉਸਦੀ ਡਿਵੈਲਪਮੈਂਟ ਹੋ ਸਕੇ। ਕਹਿੰਦੇ ਦਿਸ ਲੀਗਲ ਇਨਫਰਾਸਟਰਕਚਰ can only be given by the enactment of the relevant cyber laws as the traditional laws have failed to grant the same। Then e-commerce ਦੀ ਬਿਗੇਸਟ ਫਿਊਚਰ, ਸਾਨੂੰ ਈ-ਕਮਰਸ ਸਾਫ਼ ਦੇਖਣ ਨੂੰ ਮਿਲ ਰਿਹਾ ਸੀ ਕਿ ਆਉਣ ਵਾਲਾ ਜਿਹੜਾ ਸਮਾਂ ਹੋਏਗਾ ਉਹ ਈ-ਕਮਰਸ ਦਾ ਹੀ ਹੋਏਗਾ। ਸੋ ਅੱਜ ਸਾਨੂੰ ਦੇਖਣ ਨੂੰ ਮਿਲ ਹੀ ਰਿਹਾ, ਸਾਨੂੰ 2000 'ਚ ਪਤਾ ਲੱਗ ਗਿਆ ਸੀ। ਦੈਨ ਸੋ ਕੈਨ ਓਨਲੀ ਬੀ ਪੋਸੀਬਲ ਕਿ ਇਫ ਆਪਾਂ ਨੂੰ ਲੀਗਲ ਇਨਫਰਾਸਟਰਕਚਰ ਆਪਾਂ ਨੂੰ ਕੰਪਲੀਮੈਂਟ ਦਾ ਸੇਮ ਟੂ ਇਨੇਬਲ ਦੀ ਵਾਈਬਰੈਂਟ ਗਰੋਥ। ਦੈਨ ਕਹਿੰਦੇ ਜੇ ਈ-ਕਮਰਸ ਨੂੰ ਸਾਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਡਾ ਹੋਏਗਾ, ਤਾਂ ਉਸ ਨੂੰ ਆਪਾਂ ਨੇ ਜੇ ਸਭ ਤੋਂ ਵੱਡਾ ਹੋਏਗਾ ਤਾਂ ਉਸਦਾ ਜੇ ਆਪਾਂ ਨੇ ਡਿਵੈਲਪ ਕਰਨਾ, ਉਹਨੂੰ ਉਹਦੇ ਇਨਫਰਾਸਟਰਕਚਰ ਨੂੰ ਡਿਵੈਲਪ ਕਰਨਾ, ਤਾਂ ਸਭ ਤੋਂ ਵੱਡੀ ਚੀਜ਼ ਜ਼ਰੂਰੀ ਹੈ ਉਹ ਕਿਹੜੀ ਹੈ ਆਪਣੀ ਲੀਗਲ ਕਾਨੂੰਨ ਜ਼ਰੂਰੀ ਹੈ। ਉਸ ਦੇ ਲਈ ਕਾਨੂੰਨ ਜ਼ਰੂਰੀ ਹੈ, ਤਾਂ ਹੀ ਈ-ਕਮਰਸ 'ਤੇ ਡਿਵੈਲਪ ਹੋ ਸਕੇਗਾ, ਤਾਂ ਹੀ ਉਹ ਸਾਡਾ ਫਿਊਚਰ ਬਣ ਸਕੇਗਾ। ਡਨ। ਕਹਿੰਦੇ ਆਲ ਦਿਸ ਐਂਡ ਅਦਰ ਵੈਲਿਡ ਕੰਸੀਡਰੇਸ਼ਨ ਕ੍ਰੀਏਟਿਡ ਅ ਕੰਡਕਟਿਵ ਐਟਮੋਸਫੀਅਰ ਫॉर ਦ ਨੀਡ ਇਨੈਕਟਮੈਂਟ ਰੈਲੀਵੈਂਟ ਸਾਈਬਰ ਲਾਅ ਇਨ ਇੰਡੀਆ। ਠੀਕ ਹੈ, ਉਸ ਤੋਂ ਬਾਅਦ ਹੁਣ ਆਪਾਂ ਕੁਝ ਹਿਸਟਰੀ ਜਾਣ ਲੈਂਦੇ ਹਾਂ ਕਿ ਹਿਸਟਰੀ ਮਤਲਬ ਕਿ ਲਾਅ ਆਪਾਂ ਨੇ ਕਹਿ ਤਾਂ ਦਿੱਤਾ ਕਿ ਮੈਂ IT ਐਕਟ ਲੈ ਕੇ ਆਈ ਸੀ 2000 ਵਾਲਾ। ਠੀਕ ਹੈ, ਮਗਰ ਇਹਦੇ ਪਿੱਛੇ ਕਹਾਣੀ ਕੀ ਸੀ, ਕਿਉਂ ਲੈ ਕੇ ਆਈ ਸੀ ਆਪਾਂ, ਇਹਦੀ ਹਿਸਟਰੀ ਕੀ ਸੀ, ਉਸ ਬਾਰੇ ਜਾਣਨਾ ਵੀ ਤਾਂ ਚਾਹੀਦਾ ਨਾ ਤੁਹਾਨੂੰ। ਤਾਂ ਸਭ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜਾ ਇਹ IT ਐਕਟ ਹੈ ਇਹ ਕਿਵੇਂ ਨਿਕਲ ਕੇ ਸਾਹਮਣੇ ਆਇਆ। ਇਹ ਨਿਕਲ ਕੇ ਸਾਹਮਣੇ ਆਇਆ ਇੱਕ ਰੈਜ਼ੋਲੂਸ਼ਨ ਪਾਸ ਹੋਇਆ ਸੀ ਜਿਹੜਾ ਆਪਣੇ ਭਾਰਤ ਵਿੱਚ IT ਐਕਟ ਆਇਆ 2000 ਦਾ। ਉਹਦੇ ਪਿੱਛੇ ਦਾ ਮਹੱਤਵ ਇੰਪੋਰਟੈਂਸ ਸੀ ਕਿ ਇਹ ਕਿਵੇਂ ਨਿਕਲ ਕੇ ਆਇਆ। ਇੱਕ ਰੈਜ਼ੋਲੂਸ਼ਨ ਪਾਸ ਹੋਇਆ ਸੀ 30 ਜਨ 1997 ਵਿੱਚ। ਕਿੱਥੇ ਹੋਇਆ ਸੀ? ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਵਿੱਚ। ਠੀਕ ਹੈ, ਯਾਨੀ ਕਿ UNGA ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਹੋਇਆ ਸੀ ਜਿਸ ਵਿੱਚ ਇਹ ਅਡੋਪਟ ਕੀਤਾ ਗਿਆ ਸੀ। ਕੀ ਅਡੋਪਟ ਕੀਤਾ ਸੀ? ਮਾਡਲ ਲਾਅ ਔਨ ਇਲੈਕਟ੍ਰੋਨਿਕ ਕਮਰਸ ਅਤੇ ਅਡੋਪਟਿਡ ਦੀ ਮਾਡਲ ਲਾਅ ਇਲੈਕਟ੍ਰੋਨਿਕ ਕਮਰਸ ਔਨ ਇੰਟਰਨੈਸ਼ਨਲ ਟਰੇਡ ਲਾਅ। ਠੀਕ ਹੈ, ਇਸ ਰੈਜ਼ੋਲੂਸ਼ਨ ਨੇ ਰਿਕਮੈਂਡ ਕੀਤਾ ਕਿ ਹਰੇਕ ਸਟੇਟ ਯਾਨੀ ਕਿ ਹਰੇਕ ਕੰਟਰੀ ਨੂੰ ਆਪਣੇ ਫੇਵਰੇਬਲ ਕੰਸੀਡਰੇਸ਼ਨ ਟੂ ਸੈਟ ਦਾ ਮਾਡਲ ਲਾਅ ਵਾਈਲ ਰਿਵਾਈਜ਼ਿੰਗ ਇਨੈਕਟਿੰਗ ਨਿਊ ਲਾਅ ਸੋ ਡੈਟ ਦਾ ਯੂਨੀਫਾਰਮਿਟੀ may be observed in the laws of the various cyber nations
ਐਪਲੀਕੇਬਲ ਟੂ ਅਲਟਰਨੇਟਿਵ ਟੂ ਪੇਪਰ ਬੇਸਡ ਮੈਥਡ ਆਫ ਕਮਿਊਨੀਕੇਸ਼ਨ ਐਂਡ ਸਟੋਰੇਜ ਆਫ ਇਨਫੋਰਮੇਸ਼ਨ। ਕਹਿੰਦੇ ਇਸ ਰੈਸੋਲੂਸ਼ਨ 'ਚ ਇਹ ਕਿਹਾ ਗਿਆ ਸੀ ਸਾਰੀ ਕੰਟਰੀਜ਼ ਨੂੰ ਕਿ ਇਸ ਜਿਹੜਾ ਰੈਸੋਲੂਸ਼ਨ ਲੈ ਕੇ ਆਉਂਦਾ ਗਿਆ ਸਾਹਮਣੇ, ਇਸ ਰੈਸੋਲੂਸ਼ਨ 'ਤੇ ਤੁਸੀਂ ਇੱਕ ਯੂਨੀਵਰਸਲ ਲਾਅ ਆਪਣਾ ਦੇਸ਼ ਬਣਾਵੇ ਜਿਸ ਵਿੱਚ ਜੋ ਵੀ ਲੀਗਲ ਸੈਂਕਸ਼ਨਸ ਹੋਣਗੇ, ਜੋ ਵੀ ਲੀਗਲ ਕਾਨੂੰਨ ਰੱਖੇ ਜਾਣਗੇ, ਠੀਕ ਹੈ, ਉਹਨਾਂ ਦੀ ਕੁਝ ਧਾਰਾਵਾਂ ਹਮੇਸ਼ਾ ਯੂਨੀਵਰਸਲ ਰਹਿਣਗੀਆਂ ਹਰੇਕ ਕੰਟਰੀ ਲਈ, ਅਤੇ ਕੁਝ ਧਾਰਾਵਾਂ ਤੁਸੀਂ ਆਪਣੀ ਨੈਸੈਸਿਟੀ ਲਈ, ਆਪਣੀ ਕੰਟਰੀ ਦੀ ਨੈਸੈਸਿਟੀ ਲਈ ਤੁਸੀਂ ਆਪਣੇ ਆਪ ਨੂੰ ਉਸਨੂੰ ਮੋਡੀਫਾਈ ਕਰਕੇ ਇੱਕ ਕਾਨੂੰਨ ਲਿਆ ਸਕਦੇ ਹੋ, ਠੀਕ ਹੈ। ਇਹ ਇੱਕ ਮਤਲਬ ਕਿ ਕੀ ਦਿੱਤਾ ਸੀ ਉਹਨਾਂ ਨੇ, ਰਿਕੋਮੈਂਡ ਕੀਤਾ ਸੀ। ਦੈਨ ਤਾਂ ਇਸੀ ਰਿਕੋਮੈਂਡੇਸ਼ਨ ਨੂੰ ਡਿਪਾਰਟਮੈਂਟ ਆਫ ਇਲੈਕਟ੍ਰੋਨਿਕਸ ਨੇ 3 ਜੁਲਾਈ 1998 ਨੇ ਇੱਕ ਡਰਾਫਟ ਕੀਤਾ ਬਿੱਲ, ਠੀਕ ਹੈ। ਅਤੇ ਡਰਾਫਟ ਦਾ ਮਤਲਬ ਹੋ ਗਿਆ ਹਲੇ ਉਹ ਪਾਰਲੀਮੈਂਟ 'ਚ ਪਾਸ ਨਹੀਂ ਹੋਇਆ, ਬਟ ਹਲੇ ਡਰਾਫਟ ਮਤਲਬ ਤਿਆਰੀ ਚੱਲ ਰਹੀ ਹੈ, ਠੀਕ ਹੈ ਨਾ, ਤਿਆਰੀ ਚੱਲ ਰਹੀ ਹੈ, ਮਤਲਬ ਕਿ ਡਰਾਫਟ ਹਲੇ ਕੱਚਾ ਡਰਾਫਟ ਬਣਾ ਤਾ, ਠੀਕ ਹੈ। ਇਹ ਇੰਟਰੋਡਿਊਸ ਕੀਤਾ ਗਿਆ ਹਾਊਸ ਵਿੱਚ ਦੈਨ ਦਸੰਬਰ 16, 1999 ਵਿੱਚ। ਕਹਿੰਦੇ ਆਫਟਰ ਦਾ ਗੈਪ ਆਫ ਆਲਮੋਸਟ 1.5 year ਵੈਨ ਦਾ ਨਿਊ ਆਈਟਮ ਮਿਨਿਸਟਰੀ ਵਾਸ ਫੋਰਮਡ, ਠੀਕ ਹੈ, ਇਸ ਅੰਡਰਵੈਂਟ ਸਬਸਟੈਂਸ਼ਲੀ ਅਲਟਰੇਸ਼ਨ ਵਿਦ ਦੀ ਕਮਰਸ ਮਿਨਿਸਟਰੀ ਮੇਕਿੰਗ ਸੁਜੈਸ਼ਨ ਰਿਲੇਟਡ ਟੂ ਈ-ਕਮਰਸ ਐਂਡ ਮੈਟਰਸ ਪਰਟੇਨਿੰਗ ਟੂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਓਬਲੀਗੇਸ਼ਨ। ਦ ਮਿਨਿਸਟਰ ਆਫ ਲਾਅ ਐਂਡ ਕੰਪਨੀ ਅਫੇਅਰਸ ਦੈਨ ਵੈਟਿਡ ਦੀ ਜੁਆਇੰਟ ਡਰਾਫਟ ਆਫਟਰ ਦੀ ਇੰਟਰੋਡਕਸ਼ਨ ਇਨ ਦ ਹਾਊਸ ਦ ਬਿੱਲ ਵਾਸ ਰੈਫਰ ਟੂ ਦ 42 ਮੈਂਬਰ ਪਾਰਲੀਮੈਂਟ ਕਮੇਟੀ। ਹੁਣ ਉਹਦੇ ਧਿਆਨ ਨਾਲ ਸਮਝੋ, ਹੁਣ ਉਰੇ ਕਹਾਣੀ ਆਈ ਸੀ ਕਿ ਆਪਾਂ ਨੇ ਇਸ ਰੈਜ਼ੋਲੂਸ਼ਨ ਦੇ ਆਧਾਰ 'ਤੇ ਕਾਨੂੰਨ ਲਿਆਉਣਾ ਸੀ, ਤਾਂ ਕਾਨੂੰਨ ਵਿੱਚ ਲਿਆਉਣ ਲਈ ਸਭ ਤੋਂ ਪਹਿਲੇ ਇੱਕ ਆਈਟੀ ਮਿਨਿਸਟਰੀ ਵੀ ਮਤਲਬ ਫੋਰਮ ਕੀਤੀ ਗਈ, ਕਿਉਂਕਿ ਆਈਟੀ ਮਿਨਿਸਟਰੀ ਲੋੜ ਤਾਂ ਪੈ ਹੀ ਗਈ ਸੀ, ਠੀਕ ਹੈ, ਇਹ ਤਾਂ ਪਹਿਲਾਂ ਹੀ ਫੋਰਮ ਹੋ ਗਈ ਸੀ, ਦੈਨ ਆਲਰੇਡੀ ਇਹ ਫੋਰਮ ਹੋ ਚੁੱਕੀ ਸੀ। ਤਾਂ ਜਦੋਂ ਇਹ ਕਾਨੂੰਨ ਆਉਣ ਨਾਲ ਤਾਂ ਹੋਰ ਮਤਲਬ ਇਸ ਦੇ ਉੱਪਰ ਅਵੇਅਰਨੈਸ ਆ ਗਈ ਹਾਊਸ ਨੂੰ ਕਿ ਹਾਂਜੀ ਕਿ ਹੁਣ ਇਹ ਕਾਨੂੰਨ ਆ ਚੁੱਕਾ ਆਈਟੀ ਐਕਟ ਦਾ, ਇਹ ਸਾਈਬਰ ਲਾਅਸ ਉੱਪਰ ਆਪਾਂ ਬਣਾਵਾਂਗੇ। ਤਾਂ ਇਸ ਕਰਕੇ ਇਸ ਨੂੰ ਜ਼ਿਆਦਾ ਸਮਝਣ ਲਈ ਜਾਂ ਇਸ ਨੂੰ ਆਪਾਂ ਨੇ ਜ਼ਿਆਦਾ ਮਤਲਬ ਕਿ ਐਨਾਲਾਈਜ਼ ਕਰਨ ਲਈ ਇਸ ਨੂੰ 42 ਮੈਂਬਰ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ 'ਚ ਭੇਜਤਾ। ਸਟੈਂਡਿੰਗ ਕਮੇਟੀ ਕੀ ਹੁੰਦੀ ਹੈ ਕਿ ਮੰਨ ਲਓ ਜੇ ਕੋਈ ਐਸਾ ਕਾਨੂੰਨ ਹੈ ਜਿਸ ਨੂੰ ਹਲੇ ਆਪਣੇ ਪ੍ਰੋਸ ਅਤੇ ਕੋਨਸ ਨੂੰ ਚੰਗੀ ਤਰ੍ਹਾਂ ਸਮਝਣ ਲਈ, ਤਾਂ ਕਿ ਦੇਸ਼ ਦੇ ਹਿੱਤ ਦੀ ਗੱਲ ਕਰੇ, ਠੀਕ ਹੈ, ਦੇਸ਼ ਦਾ ਨੁਕਸਾਨ ਨਾ ਪਹੁੰਚਾਵੇ, ਆਪਾਂ ਆਉਣ ਵਾਲੇ ਫਿਊਚਰ ਦਾ ਨੁਕਸਾਨ ਨਾ ਹੋਵੇ, ਉਸ ਲਈ ਇਸ ਕਾਨੂੰਨ ਨੂੰ, ਠੀਕ ਹੈ, ਜੇ ਹਾਊਸ ਨੂੰ ਲੱਗਦਾ ਕਿ ਸਾਡੇ ਕੋਲ ਹਲੇ ਫਿਲਹਾਲ ਜੇ ਆਪਾਂ ਨੇ ਇਸ ਨੂੰ ਪਾਸ ਕੀਤਾ ਤਾਂ ਕੁਝ ਇਸ਼ੂਸ ਨਿਕਲ ਕੇ ਸਾਹਮਣੇ ਆ ਸਕਦੇ ਆ, ਉਹ ਇਸ਼ੂਸ ਨਾ ਲਿਖਣ, ਇਸ ਕਰਕੇ ਉਸਨੂੰ ਸਟੈਂਡਿੰਗ ਕਮੇਟੀ 'ਚ ਭੇਜ ਦਿੱਤਾ ਜਾਂਦਾ ਹੈ। ਸਟੈਂਡਿੰਗ ਕਮੇਟੀ ਕੋਈ ਹੋਰ ਨਹੀਂ ਹੁੰਦੀ, ਐਕਸਪਰਟੀਜ਼ ਦੀ ਕਮੇਟੀ ਹੁੰਦੀ ਹੈ ਦੈਨ, ਜਿਸ ਵਿੱਚ ਜੇ ਆਪਾਂ ਗੱਲ ਕਰੀਏ ਐਮਪੀਸ ਵੀ ਹੁੰਦੇ ਨੇ, ਕੁਝ ਐਕਸਪਰਟੀਜ਼ ਵੀ ਹੁੰਦੇ ਨੇ ਜੋ ਬਹਿ ਕੇ ਮਤਲਬ ਕਿ ਡਿਸਕਸ਼ਨ ਕਰਦੇ ਨੇ, ਦੇਖਦੇ ਨੇ ਕਿ ਇਹ ਕਾਨੂੰਨ ਵਾਕਈ ਠੀਕ ਹੈ ਨਹੀਂ ਹੈ, ਹਰੇਕ ਪੱਖ ਤੋਂ ਦੇਖਦੇ ਨੇ ਦੈਨ, ਠੀਕ ਹੈ ਫਰੈਂਡਸ। ਦ ਸਟੈਂਡਿੰਗ ਕਮੇਟੀ several suggestion to be incorporated into the bill। ਕਹਿੰਦੇ however only those suggestions that were approved by the Ministry of the Information Technology, ਤੁਹਾਨੂੰ ਮੈਂ ਕਿਹਾ ਸੀ ਕਿ ਮਿਨਿਸਟਰੀ ਅਡੋਪਟ ਹੋ ਚੁੱਕੀ ਸੀ, were incorporated। One of the suggestion that was the highly debated upon the cyber cafe owner must maintain the register to record the names and address of the all people visiting his cafe and also the list to the websites that had certified, ਠੀਕ ਹੈ। ਕਹਿੰਦੇ ਹੁਣ ਜੋ ਵੀ ਰਿਕਮੈਂਡੇਸ਼ਨ ਨਿਕਲ ਕੇ ਸਾਹਮਣੇ ਆਈ ਹੈ ਉਸ ਵਿੱਚੋਂ ਇੱਕ ਰਿਕਮੈਂਡੇਸ਼ਨ ਇਹ ਵੀ ਸੀ ਕਿ ਜੋ ਵੀ ਜਿਹੜਾ ਸਾਈਬਰ ਕੈਫੇ ਹੈ, ਕਿਉਂਕਿ ਸ਼ੁਰੂਆਤ 'ਚ ਸਾਈਬਰ ਕੈਫੇ ਬਹੁਤ ਚੱਲਿਆ ਸੀ ਜਦੋਂ ਨਵਾਂ ਇੰਟਰਨੈਟ ਆਇਆ ਸੀ, ਕਹਿੰਦੇ ਉਸ ਜਿਹੜਾ ਸਾਈਬਰ ਕੈਫੇ ਉਸਦੇ ਓਨਰ ਕੋਲ ਉਹ ਰਿਕਾਰਡ ਰਵੇ ਉਹਨਾਂ ਸਾਰੇ ਲੋਕਾਂ ਦਾ, ਉਹਨਾਂ ਦੇ ਲੋਕਾਂ ਦੇ ਘਰਾਂ ਦੇ ਐਡਰੈਸ ਦਾ ਜੋ ਵਿਜ਼ਿਟ ਕਰ ਰਹੇ ਨੇ ਕੈਫੇ ਅਤੇ ਜੋ ਯੂਜ਼ ਕਰ ਰਹੇ ਨੇ ਇੰਟਰਨੈਟ ਦੈਨ, ਅਤੇ ਉਹਨਾਂ ਲਿਸਟ ਆਫ ਵੈਬਸਾਈਟਸ ਦਾ ਵੀ ਜੋ ਯੂਜ਼ ਕਰ ਰਹੇ ਨੇ, ਠੀਕ ਹੈ। ਮਗਰ ਇਸ ਸੁਜੈਸ਼ਨ ਨੂੰ ਜੇ ਆਪਾਂ ਗੱਲ ਕਰੀਏ was made an attempt to curb the cyber crime and facilitate the speedy locating of the cyber criminal। ਦੈਨ ਕਹਿੰਦੇ ਇਸ ਸੁਜੈਸ਼ਨ ਨੂੰ ਕਿਉਂ ਲਿਆਂਦਾ ਗਿਆ, ਤਾਂ ਕਿ ਸਾਈਬਰ ਕ੍ਰਾਈਮ ਨੂੰ ਖਤਮ ਕੀਤਾ ਜਾ ਸਕੇ, ਠੀਕ ਹੈ, ਅਤੇ ਵੱਧ ਤੋਂ ਵੱਧ ਮਤਲਬ ਕਿ ਇਸ ਚੀਜ਼ ਤੋਂ ਬਚਾਇਆ ਜਾ ਸਕੇ ਕਿ ਕੋਈ ਸਾਈਬਰ ਕ੍ਰਾਈਮ ਨਾ ਹੋ ਜਾਵੇ ਦੈਨ, ਅਤੇ ਲੋਕੇਟ ਕੀਤਾ ਜਾ ਸਕੇ, ਜਲਦੀ ਤੋਂ ਜਲਦੀ ਲੋਕੇਟ ਕੀਤਾ ਜਾ ਸਕੇ ਜੇ ਕਿੱਥੇ ਕੋਈ ਕ੍ਰਾਈਮ ਹੋ ਵੀ ਰਿਹਾ ਦੈਨ। ਬਟ ਹਾਊਐਵਰ ਇਹ ਸੁਜੈਸ਼ਨ ਨਹੀਂ ਮੰਨਿਆ ਗਿਆ ਦੈਨ, ਤਾਂ ਤੁਹਾਨੂੰ ਦੇਖਣ ਨੂੰ ਮਿਲਦਾ ਹੀ ਹੈ ਜੇ ਸੁਜੈਸ਼ਨ ਉਸ ਵੇਲੇ ਮੰਨ ਲੈਂਦੇ ਤਾਂ ਅੱਜ ਕਹਾਣੀ ਕੁਝ ਹੋਰ ਹੋਣੀ, ਸਾਈਬਰ ਕ੍ਰਾਈਮ ਨਹੀਂ ਹੋਣੀ ਸੀ। ਮਗਰ ਇਸ ਨੂੰ ਮੰਨਿਆ ਕਿਉਂ ਨਹੀਂ ਗਿਆ, ਕਿਉਂਕਿ ਗੱਲ ਆ ਜਾਂਦੀ ਪ੍ਰਾਈਵੇਸੀ ਦੀ ਦੈਨ, ਪ੍ਰਾਈਵੇਸੀ ਕੰਮ ਖਰਾਬ ਕਰਦੀ ਹੈ, ਠੀਕ ਹੈ ਫਰੈਂਡਸ। ਸੋ ਇਸ ਤੋਂ ਇਹ ਸੁਜੈਸ਼ਨ ਨੂੰ ਛੱਡ ਕੇ ਬਾਕੀ ਜੋ ਵੀ ਸਟੈਂਡਿੰਗ ਕਮੇਟੀ ਦੀ ਸੁਜੈਸ਼ਨ ਸੀ ਉਸ ਨੂੰ ਮੰਨ ਲਿਆ ਗਿਆ, ਠੀਕ ਹੈ। ਉਸ ਤੋਂ ਬਾਅਦ ਇਸ ਨੂੰ ਤਿਆਰ ਕਰ ਲਿੱਤਾ ਗਿਆ। ਤਾਂ ਯੂਨੀਅਨ ਕੈਬਨਿਟ ਅਪਰੂਵਡ ਦੀ ਬਿੱਲ ਔਨ May 13, 2000 ਐਂਡ May 17, 2000 ਬੋਥ ਦੀ ਹਾਊਸ ਆਫ ਇੰਡੀਅਨ ਪਾਰਲੀਮੈਂਟ ਪਾਸ ਦੀ IT ਐਕਟ ਬਿੱਲ ਦੈਨ। ਹੁਣ ਤੁਹਾਨੂੰ ਡੇਟਸ ਯਾਦ ਰੱਖਣੀ ਹੈ ਕਿ ਇਹ ਦੋਨੋਂ ਜਿਹੜੇ ਯੂਨੀਅਨ ਕੈਬਨਿਟ ਨੇ ਅਪਰੂਵ ਕਰਤਾ May 13 ਨੂੰ ਅਤੇ ਹਾਊਸ ਵਿੱਚ ਪਾਸ ਹੋ ਗਿਆ May 17 ਨੂੰ ਦੈਨ, ਅਤੇ ਇਹ ਪ੍ਰੈਜ਼ੀਡੈਂਟ ਕੋਲ ਪਹੁੰਚਿਆ 9 ਜੂਨ ਨੂੰ, ਠੀਕ ਹੈ। IT ਐਕਟ ਜਿਹੜਾ 2000 ਸੀ ਅਤੇ ਫੋਰਸ ਵਿੱਚ ਆ ਗਿਆ 17 ਅਕਤੂਬਰ ਨੂੰ। ਇਹ ਸਾਰੀ ਡੇਟਸ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਮੇਨ ਤਾਂ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ 17 ਅਕਤੂਬਰ ਨੂੰ, ਠੀਕ ਹੈ। ਹੁਣ ਜਿਵੇਂ ਬਿੱਲ ਕਿਵੇਂ ਪਾਸ ਹੁੰਦਾ ਉਹ ਤੁਹਾਨੂੰ ਪੋਲੀਟੀ 'ਚ ਪਤਾ ਲੱਗੇਗਾ, ਤੁਹਾਨੂੰ ਪੋਲੀਟੀ ਪੜ੍ਹਨੀ ਪਏਗੀ ਡਨ।
With the passage of time, as the technology developed further and new method of committing crime using internet computer surface, the need was felt to amend the IT Act 2000 to insert the new kind of the cyber offences and plug in the loopholes that posted hurdles in the effectiveness of the enforcement of IT Act 2000। मैं ਤੁਹਾਨੂੰ ਕਿਹਾ ਸੀ ਨਾ ਕਿ ਇੱਕ ਵਾਰ ਜੇ ਕੋਈ ਕਾਨੂੰਨ ਬਣ ਜੇ ਇਹ ਤਾਂ ਨਹੀਂ ਹੈ ਕਿ ਉਹ ਸਦਾ ਭਰ ਉਹੀ ਚੱਲੇਗਾ। ਕਹਿੰਦੇ ਪਤਾ ਲੱਗ ਰਿਹਾ ਸੀ ਕਿ ਜਿਹੜਾ IT Act 2000 ਸੀ ਉਸ ਵਿੱਚ ਕੁਝ ਲੂਪ ਹੋਲਸ ਰਹਿ ਗਏ ਸੀ। ਕਿਉਂ ਰਹਿ ਗਏ ਸੀ? ਕਿਉਂਕਿ ਕ੍ਰਾਈਮਸ ਨਿਕਲ ਕੇ ਸਾਹਮਣੇ ਆ ਰਹੇ ਸੀ, ਨਵੇਂ ਇੰਟਰਨੈਟ ਕ੍ਰਾਈਮਸ, ਸਾਈਬਰ ਕ੍ਰਾਈਮਸ ਨਿਕਲ ਕੇ ਸਾਹਮਣੇ ਆ ਰਹੇ ਸੀ, ਜਿਸ ਵਿੱਚ ਇੰਟਰਨੈਟ ਦਾ ਬਹੁਤ ਬੇਕਾਰ ਮਿਸਯੂਜ਼ ਕੀਤਾ ਜਾ ਰਿਹਾ ਸੀ। ਤਾਂ ਸਰਕਾਰ ਨੂੰ ਪਤਾ ਲੱਗਿਆ ਕਿ ਜੋ ਵੀ ਆਪਣੇ IT ਐਕਟ ਡਰਾਫਟ ਤਿਆਰ ਕੀਤਾ ਸੀ, ਜੋ ਇਹ ਕਾਨੂੰਨ ਬਣਾਇਆ ਸੀ, ਉਸ ਵਿੱਚ ਜੋ ਪੁਆਇੰਟ ਇਹ ਜਿਹੜੇ ਜਿੰਨਾ ਕਰਕੇ ਕ੍ਰਾਈਮ ਹੋ ਰਿਹਾ ਉਹ ਪੁਆਇੰਟ ਤਾਂ ਅਸੀਂ ਰੱਖੇ ਹੀ ਨਹੀਂ। ਜੇ ਅਸੀਂ ਉਹ ਪੁਆਇੰਟ ਰੱਖ ਦਿੰਦੇ ਤਾਂ ਇਹ ਕ੍ਰਾਈਮ ਹੁੰਦਾ ਨਾ। ਅਤੇ ਇਸ ਦਾ ਮਤਲਬ ਕੁਝ ਲੂਪ ਹੋਲਸ ਨਿਕਲੇ, ਯਾਨੀ ਕਿ ਕੁਝ ਡਿਸਐਡਵਾਂਟੇਜਸ ਨਿਕਲੀਆਂ। ਤਾਂ ਉਹਨਾਂ ਲੂਪ ਹੋਲ ਨੂੰ ਭਰਨ ਲਈ ਇਹਨਾਂ ਨੇ ਦੁਬਾਰਾ ਇਸ ਨੂੰ ਅਮੈਂਡ ਕੀਤਾ। ਠੀਕ ਹੈ, ਇਹਨਾਂ ਨੇ ਦੁਬਾਰਾ ਉਹਨਾਂ ਨੂੰ ਅਮੈਂਡ ਕੀਤਾ ਤਾਂ ਕਿ ਉਸ ਨੂੰ ਦੁਬਾਰਾ ਪਾਸ ਕੀਤਾ ਜਾ ਸਕੇ। ਤਾਂ IT ਐਕਟ ਨੂੰ ਜਦੋਂ 2000 ਵਿੱਚ ਆਇਆ ਸੀ, ਠੀਕ ਹੈ, 2000 ਤੋਂ ਲੈ ਕੇ 2007 ਵਿੱਚ ਇਹਨਾਂ ਨੇ ਦੇਖਿਆ ਕੁਝ ਸਾਈਬਰ ਕ੍ਰਾਈਮ ਹੋਈ ਜਾ ਰਹੇ ਤਾਂ ਉਹਨਾਂ ਨੇ ਉਹਨੂੰ ਛਾਣਿਆ, ਦੇਖਿਆ, ਪਤਾ ਲਗਾਇਆ ਅੱਛਾ ਇਹ 'ਚੋਂ ਇਹ ਪੁਆਇੰਟ ਆਪਣੇ ਕਾਨੂੰਨ 'ਚ ਨਹੀਂ ਹੈ, ਇਹ 'ਚੋਂ ਇਹ ਪੁਆਇੰਟ ਜਿਹੜਾ ਕਾਨੂੰਨ 'ਚ ਨਹੀਂ ਹੈ। ਜੇ ਇਹ ਪੁਆਇੰਟ ਕਾਨੂੰਨ 'ਚ ਹੁੰਦੇ ਤਾਂ ਇਹ ਕ੍ਰਾਈਮ ਹੁੰਦੇ ਹੀ ਨਾ। ਤਾਂ ਉਹਨਾਂ ਪੁਆਇੰਟਾਂ ਨੂੰ ਹੀ ਇਨਕਲੂਡ ਕਰਨ ਲਈ ਇਹਨਾਂ ਨੇ ਇਸ ਨੂੰ ਅਮੈਂਡ ਕੀਤਾ, ਯਾਨੀ ਕਿ ਅਮੈਂਡ ਮਤਲਬ ਉਸ ਵਿੱਚ ਕੁਝ ਚੇਂਜਿਸ ਕੀਤੀਆਂ। ਕਦੋਂ ਕੀਤੀਆਂ? ਦੂਜੀ ਵਾਰੀ ਕਦੋਂ ਕੀਤੀਆਂ? 2000 ਤੋਂ ਬਾਅਦ 2008 ਵਿੱਚ ਕੀਤੀਆਂ। ਡਨ। ਤਾਂ 2008 ਵਿੱਚ ਜੋ ਵੀ ਚੇਂਜਿਸ ਲਿਆਉਣੇ ਸੀ ਜਿਹਦੇ ਨਾਲ ਸਾਈਬਰ ਲੋਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ, ਉਹਨਾਂ ਨੂੰ ਚੇਂਜਿਸ ਨੂੰ ਲਿਆ ਕੇ ਉਹਨਾਂ ਨੇ 27 ਅਕਤੂਬਰ 2009 ਨੂੰ ਇਹ ਦੁਬਾਰਾ ਪਾਸ ਕਰਤਾ। ਠੀਕ ਹੈ, ਅਤੇ ਇਹ ਦੁਬਾਰਾ ਅਮੈਂਡਡ ਪਾਸ ਹੋ ਗਿਆ IT ਐਕਟ 2008। ਡਨ। ਹੁਣ ਪੂਰੇ ਦੇਸ਼ ਵਿੱਚ ਹੁਣ IT ਐਕਟ 2008 ਚੱਲੇਗਾ। ਠੀਕ ਹੈ, 2000 ਵਾਲਾ ਨਹੀਂ ਚੱਲੇਗਾ ਕਿਉਂਕਿ 2000 ਵਿੱਚ ਕੁਝ ਲੂਪ ਹੋਲ ਸੀ, ਉਸ ਨੂੰ ਚੇਂਜ ਕਰਕੇ 2008 ਵਿੱਚ ਦੁਬਾਰਾ ਪਾਸ ਕੀਤਾ। ਹੁਣ ਇਹ ਅਮੈਂਡਮੈਂਟ ਕਿਸ ਤਰ੍ਹਾਂ ਹੁੰਦੀ ਹੈ? ਇਹ ਆਰਟੀਕਲ 368 ਦੇ ਮੁਤਾਬਿਕ ਹੁੰਦੀ ਹੈ, ਪਾਰਟ 20 ਦੇ ਅੰਦਰ। ਠੀਕ ਹੈ, ਡਨ। ਇਹਦੇ ਉੱਪਰ IT ਐਕਟ ਲੱਗਦਾ ਹੈ, ਯਾਨੀ ਕਿ ਆਪਾਂ ਅਮੈਂਡਮੈਂਟਸ ਹੁੰਦੀਆਂ ਉਹ ਪੋਲੀਟਿਕਸ ਤੁਹਾਨੂੰ ਪਤਾ ਲੱਗਣਗੀਆਂ। ਬਾਕੀ ਚੀਜ਼ਾਂ ਜੇ ਮੈਂ ਉਹਦੀ ਡਿਸਕਸ਼ਨ ਕੀਤੀ ਤਾਂ ਟਾਈਮ ਵੇਸਟ ਹੋ ਜਾਏਗਾ। ਡਨ। ਸੋ ਪਹਿਲਾ ਜਦੋਂ ਕਾਨੂੰਨ ਲਿਆਂਦਾ ਸੀ 2000 ਦਾ, ਠੀਕ ਹੈ, ਉਸ ਬਾਅਦ ਕੁਝ ਚੇਂਜਿਸ ਕੀਤੀਆਂ ਤਾਂ 2008 ਵਿੱਚ ਉਹਨੂੰ ਅਮੈਂਡ ਕੀਤਾ। ਓਕੇ, ਹੁਣ ਤੱਕ ਆਪਾਂ ਹਿਸਟਰੀ ਪੜ੍ਹ ਰਹੇ ਸੀ ਇੰਡੀਆ ਦੀ ਕਿ ਉਸ ਵਿੱਚ IT ਐਕਟ ਵਿੱਚ ਕੀ ਹੋਇਆ ਹੁਣ ਤੱਕ। ਡਨ। ਹੁਣ ਆਪਾਂ ਹਾਲੇ ਤੱਕ ਉਹੀ ਪੜ੍ਹਿਆ। ਡਨ। ਉਸ ਤੋਂ ਬਾਅਦ ਹੁਣ ਆਪਾਂ ਸਟਾਰਟ ਕਰਾਂਗੇ ਇੱਕ ਕਾਨੂੰਨ ਪੜ੍ਹਾਂਗੇ। ਠੀਕ ਆ, ਹੁਣ IT ਐਕਟ ਆਪਾਂ 2000 ਨੂੰ ਕੰਪਲੀਟ ਪੜ੍ਹਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ 2000 ਵਿੱਚ ਕੀ ਸੀ, ਫਿਰ ਆਪਾਂ 2008 ਵਾਲਾ ਪੜ੍ਹਾਂਗੇ, ਫਿਰ ਉਸ ਤੋਂ ਬਾਅਦ ਜੋ ਵੀ ਅਮੈਂਡਮੈਂਟਸ ਹੁੰਦੀਆਂ ਗਈਆਂ ਉਹਨਾਂ ਬਾਰੇ ਪੜ੍ਹਾਂਗੇ। ਹੁਣ ਤੱਕ ਆਪਣੇ ਹਿਸਟਰੀ ਪੜ੍ਹੀ ਸੀ, ਯਾਦ ਰੱਖਣਾ। ਡਨ। ਹੁਣ ਆਪਾਂ IT ਐਕਟ 2000 ਪੜ੍ਹਾਂਗੇ। ਡਨ। ਫਿਰ 2008 'ਤੇ ਆਵਾਂਗੇ ਕੀ ਅਮੈਂਡਮੈਂਟਸ ਕੀਤੀਆਂ ਗਈਆਂ ਸੀ। ਡਨ। IT ਐਕਟ 2000 ਕੀ ਸੀ? is the mother legalization regulating the use of computer system, computer networks has also data and information in the electronic format। यानी कि उसਨੂੰ किस तरह यूज़ करना, कंप्यूटर्स ਨੂੰ, ਕੰਪਿਊਟਰ ਸਿਸਟਮ ਨੂੰ ਕਿਸ ਤਰ੍ਹਾਂ ਯੂਜ਼ ਕਰਨਾ, ਕੰਪਿਊਟਰ ਨੈਟਵਰਕਸ ਨੂੰ ਕਿਸ ਤਰ੍ਹਾਂ ਯੂਜ਼ ਕਰਨਾ, ਠੀਕ ਹੈ, ਉਹਦੇ ਡਾਟਾ ਨੂੰ ਕਿਸ ਤਰ੍ਹਾਂ ਯੂਜ਼ ਕਰਨਾ, ਉਸ ਬਾਰੇ ਜਾਣਕਾਰੀ ਉਹਨਾਂ ਨੇ IT ਐਕਟ 2000 ਵਿੱਚ ਦਿੱਤੀ ਸੀ। ਦੈਨ the legalization has touched the various aspects pertaining to electronic authentication, digital electronic signature, cyber crimes, liability of network service provider। ਕਹਿੰਦੇ ਇਸ ਕਾਨੂੰਨ ਵਿੱਚ ਉਸਨੇ ਇਹ ਦੱਸਿਆ ਕਿ ਇਲੈਕਟ੍ਰੋਨਿਕ ਦੀ ਐਥੈਂਟੀਕੇਸ਼ਨ ਕਿਸ ਤਰ੍ਹਾਂ ਹੋਏਗੀ, ਡਿਜੀਟਲ ਸਿਗਨੇਚਰ ਕਿਸ ਤਰ੍ਹਾਂ ਯੂਜ਼ ਕੀਤਾ ਜਾ ਸਕਦੀਆਂ, ਸਾਈਬਰ ਕ੍ਰਾਈਮ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ, ਲਾਇਬਿਲਿਟੀ ਆਫ ਦੀ ਨੈਟਵਰਕ ਸਰਵਿਸ ਪ੍ਰੋਵਾਈਡਰਸ ਨੂੰ ਕਿਤਨਾ ਦੇਖਿਆ ਜਾ ਸਕਦਾ ਹੈ। ਡਨ। ਤਾਂ ਕਹਿੰਦੇ ਦਾ ਪ੍ਰੇਮਬਲ ਟੂ ਦਾ ਐਕਟ ਸਟੇਟ ਦੈਟ ਇਟ ਏਮ ਕਿਸੇ ਨਾਲ ਦਾ ਕਿ ਪ੍ਰੋਵਾਈਡਿੰਗ ਦੀ ਲੀਗਲ ਰੈਕਗਨੀਸ਼ਨ ਟੂ ਦਾ ਟ੍ਰਾਂਜੈਕਸ਼ਨਸ carried out by the means of electronic data interchange and other means of electronic communication commonly referred to as electronic commerce, which involve the use of alternative to paper-based method of communication and storage of information aimed to facilitating the electronic filing of documents with the government agencies। ਕਹਿੰਦੇ ਇਸ ਦਾ ਸਭ ਤੋਂ ਵੱਡਾ ਪ੍ਰੇਮਬਲ ਮਤਲਬ ਕਿ ਉਸਦਾ ਪੂਰਾ ਸਾਰ ਕੀ ਸੀ ਕਿ ਇਹ ਚੀਜ਼ਾਂ ਦਾ ਧਿਆਨ ਰੱਖਣਾ, ਜੋ ਵੀ ਟ੍ਰਾਂਜੈਕਸ਼ਨਸ ਹੋ ਰਹੀਆਂ ਇਲੈਕਟ੍ਰੋਨਿਕ ਡਿਜੀਟਲ ਦੁਆਰਾ ਜੋ ਵੀ ਟ੍ਰਾਂਜੈਕਸ਼ਨਸ ਹੋ ਰਹੀਆਂ, ਭਾਵੇਂ ਉਹ ਪੈਸੇ ਦੀ ਹੋ ਰਹੀ ਹੈ, ਭਾਵੇਂ ਕਿਸੇ ਨੂੰ ਮੇਲ ਭੇਜ ਕੇ ਦੁਆਰਾ ਹੋ ਰਹੀ ਹੈ, ਠੀਕ ਹੈ, ਭਾਵੇਂ ਕਮਿਊਨੀਕੇਸ਼ਨ ਨਾਲ ਹੋ ਰਹੀ ਹੈ, ਜਿਸ ਚੀਜ਼ ਨਾਲ ਹੋ ਰਹੀ ਹੈ ਉਸ ਨੂੰ ਕਿ ਸਹੀ ਤਰੀਕੇ ਦੇ ਵੇ ਨਾਲ ਕੰਡਕਟ ਕਰਾਉਣਾ, ਯਾਨੀ ਕਿ ਉਸਦਾ ਕੋਈ ਮਿਸਯੂਜ਼ ਨਾ ਹੋਵੇ। ਠੀਕ ਹੈ, ਜੋ ਵੀ ਸਟੋਰੇਜ ਕੀਤਾ ਜਾ ਰਿਹਾ ਇਲੈਕਟ੍ਰੋਨਿਕ ਵਿੱਚ, ਠੀਕ ਹੈ, ਜੋ ਡਿਜੀਟਲ ਵਿੱਚ ਸਟੋਰ ਕੀਤਾ ਜਾ ਰਿਹਾ ਉਸਦਾ ਮਿਸਯੂਜ਼ ਨਾ ਹੋਵੇ, ਇਸ ਤੋਂ ਬਚਾਉਣ ਲਈ ਇਹਨਾਂ ਨੇ ਇਸ ਨੂੰ ਐਕਟ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਇਹਦਾ ਪ੍ਰੇਮਬਲ ਹੈ, ਇਹਦਾ ਸਾਰ ਹੈ, ਇਹਦਾ ਮੇਨ ਫੋਟੇ ਹੈ। ਠੀਕ ਹੈ, ਉਸ ਤੋਂ ਬਾਅਦ ਕਹਿੰਦੇ ਦ ਐਕਟ ਵਾਸ ਅਮੈਂਡਡ ਬਾਈ, ਮੈਂ ਤੁਹਾਨੂੰ ਦੱਸਿਆ ਸੀ ਕਿ 2008 ਵਿੱਚ ਅਮੈਂਡ ਹੋਇਆ। ਡਨ। ਅਤੇ ਉਸ ਤੋਂ ਬਾਅਦ ਅਮੈਂਡ ਤੋਂ ਬਾਅਦ ਦੁਬਾਰਾ ਫੋਰਸ 27/10/2009 'ਚ ਆਇਆ। ਠੀਕ ਹੈ, ਫਿਲਹਾਲ ਹੁਣ ਆਪਾਂ IT ਐਕਟ 2000 ਪੜ੍ਹਾਂਗੇ। ਕਹਿੰਦੇ ਇਸ ਦਾ ਐਕਟ ਦਾ ਡਿਵੈਲਪ ਟੂ ਪ੍ਰਮੋਟ ਕਿਹਨੂੰ ਕਰਨਾ ਸੀ? IT ਇੰਡਸਟਰੀ ਨੂੰ,
ਰੈਗੂਲੇਟ ਦੀ ਕਮਰਸ ਨੂੰ, ਠੀਕ ਹੈ, ਈ ਕਮਰਸ ਨੂੰ, ਫੈਸਿਲੀਟੇਟ ਦੀ ਈ ਗਵਰਨੈਂਸ ਨੂੰ, ਪ੍ਰੀਵੈਂਟ ਕਰਨਾ ਸਾਈਬਰ ਕ੍ਰਾਈਮ ਨੂੰ। ਕਹਿੰਦੇ ਦ ਐਕਟ ਆਲਸੋ ਸੋ ਟੂ ਫੋਸਟਰ ਦੀ ਸਿਕਿਉਰਿਟੀ ਪ੍ਰੈਕਟਿਸ ਵਿਦ ਇਨ ਇੰਡੀਆ ਦੈਟ ਵੁੱਡ ਸਰਵ ਦੀ ਕੰਟਰੀ ਟੂ ਗਲੋਬਲ ਕੰਟੈਸਟ। ਦ ਅਮੈਂਡਮੈਂਟ ਵਾਸ ਕ੍ਰੀਏਟਡ ਟੂ ਐਡਰੈਸ ਦ ਇਸ਼ੂਜ਼ that the original bill failed to cover and accommodate the further development of IT and related security concerns original law was passed। वही गल आ गई ना कि कुछ इशू सी जो एड्रैस नहीं कर पाया सी ओरिजिनल बिल किहड़ा सी 2000 वाला, ਤਾਂ ਉਹ ਨਹੀਂ ਕਰ ਪਾਇਆ ਸੀ, ਉਸ ਨੂੰ ਐਡਰੈਸ ਕਰਨ ਲਈ 2008 ਨੂੰ ਅਮੈਂਡਮੈਂਟ ਕੀਤੀ ਸੀ। ਡਨ। ਤਾਂ ਇਸ ਵਿੱਚ ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ ਇਹ ਉਹਦਾ ਮੇਨ ਫੋਕਸ ਸੀ, ਕੀ ਕਰਨਾ ਸੀ ਆਪਾਂ ਨੇ। ਡਨ। ਇਸ ਵਿੱਚ ਧਿਆਨ ਰੱਖਣਾ IT ਐਕਟ 2000 ਵਿੱਚ 90 ਸੈਕਸ਼ਨ ਸੀ। ਡਨ। 13 ਚੈਪਟਰ ਵਿੱਚ ਇਹ ਡਿਵਾਈਡ ਸੀ, ਯਾਨੀ ਕਿ ਜਿਵੇਂ ਕਾਨੂੰਨ ਨਹੀਂ ਹੁੰਦਾ, ਕਾਨੂੰਨ 'ਚ ਜਿਵੇਂ ਸਾਰੇ ਸੈਕਸ਼ਨਾਂ ਬਾਰੇ ਦੱਸਣਾ ਹੁੰਦਾ, ਉਸ ਨੂੰ ਇੱਕ ਕੰਟੈਕਸਟ ਦੇਣ ਲਈ ਪੂਰਾ, ਤਾਂ ਉਹ 90 ਸੈਕਸ਼ਨਾਂ ਵਿੱਚ ਵੰਡਿਆ ਹੋਇਆ ਸੀ ਅਤੇ ਓਵਰ 13 ਚੈਪਟਰਸ ਦੇ ਵਿੱਚ। ਠੀਕ ਹੈ। ਜਿਸ ਵਿੱਚ ਜੇ ਆਪਾਂ ਗੱਲ ਕਰੀਏ 91, 92, 93, 94 ਜਿਹੜੇ ਸੈਕਸ਼ਨ ਸੀ, ਇਹਨਾਂ ਨੂੰ ਅਮੈਂਡ ਕੀਤਾ ਗਿਆ। ਠੀਕ ਹੈ। ਇਹਨਾਂ ਨੂੰ ਅਮੈਂਡ ਕਰਕੇ ਇਹਨਾਂ ਨੂੰ ਬਿਲਕੁਲ ਖਤਮ ਕੀਤਾ ਗਿਆ, ਕਿਉਂਕਿ ਇਸ ਦੀ ਯੂਸੇਜ ਨਾਲ ਕੰਮ ਖਰਾਬ ਹੋ ਰਿਹਾ ਸੀ। ਵਾਈ ਆਰ ਓਮਿਟਡ ਬਾਈ ਦਾ IT ਐਕਟ 2008 ਐਜ਼ ਦ 2 ਸ਼ਡਿਊਲਸ 3rd ਔਰ 4th ਓਮਿਟਡ ਬਾਈ ਦਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2008। ਡਨ। ਉਹਦੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ। ਹੁਣ ਉਸ ਤੋਂ ਬਾਅਦ ਆਪਾਂ ਕੁਝ ਸੇਲੀਅੰਟ ਫੀਚਰਸ ਦੇਖ ਲੈਂਦੇ ਹਾਂ। ਹੁਣ 2008 ਦੇ 2000 ਵਿੱਚ ਸਿਰਫ ਇਹ ਪਰਪਸ ਸੀ। ਠੀਕ ਹੈ। ਇਹ ਆਪਣਾ ਪਰਪਸ ਸੀ। ਤੁਹਾਨੂੰ ਸਿਰਫ ਇੰਨਾ ਹੀ ਜਾਣਨ ਦੀ ਲੋੜ ਹੈ ਕਿ 2000 ਦੇ ਐਕਟ ਵਿੱਚ ਕੀ ਸੀ। 2008 ਦੇ ਐਕਟ ਵਿੱਚ ਕੁਝ ਚੇਂਜਸ ਕਰਕੇ ਜਿਹੜੀਆਂ ਚੇਂਜਸ ਕੀਤੀਆਂ ਇਹਨਾਂ ਨੇ, ਕਈ ਸੈਕਸ਼ਨ ਉਹਨਾਂ ਨੇ ਓਮਿਟ ਕੀਤਾ। ਡਨ। ਕਈ ਸ਼ਡਿਊਲਸ ਨੂੰ ਉਹਨਾਂ ਨੇ ਓਮਿਟ ਕਰਕੇ ਦੁਬਾਰਾ ਇੱਕ ਨਵਾਂ ਕਾਨੂੰਨ ਲਿਆਉਂਦਾ, ਮਤਲਬ ਨਵਾਂ ਲਿਆਉਣਾ ਮਤਲਬ ਜਿਹੜਾ ਓਰੀਜਨਲ ਕਾਨੂੰਨ ਸੀ ਉਸ ਵਿੱਚ ਕੁਝ ਚੇਂਜਸ ਕਰਕੇ 2008 ਵਿੱਚ ਇੱਕ ਨਵਾਂ ਕਾਨੂੰਨ ਲਿਆਉਂਦਾ। ਉਸ ਕਾਨੂੰਨ ਦੇ ਸੇਲੀਅੰਟ ਫੀਚਰਸ ਕੀ ਹੈ ਉਹ ਆਪਾਂ ਪੜ੍ਹ ਲੈਂਦੇ ਹਾਂ। ਠੀਕ ਹੈ। ਡਿਜੀਟਲ ਸਿਗਨੇਚਰ ਬਾਰੇ ਉਹਨਾਂ ਨੂੰ ਰਿਪਲੇਸ ਕੀਤਾ ਵਿਦ ਇਲੈਕਟ੍ਰੋਨਿਕ ਸਿਗਨੇਚਰ। ਪਹਿਲੇ IT ਐਕਟ 2000 ਵਿੱਚ ਇਲੈਕਟ੍ਰੋਨਿਕ ਸਿਗਨੇਚਰ ਕਿਹਾ ਜਾਂਦਾ ਸੀ, ਉਸ ਨੂੰ ਰਿਪਲੇਸ ਕਰਕੇ ਹੁਣ ਉਹਨੂੰ ਡਿਜੀਟਲ ਸਿਗਨੇਚਰ ਕਹਾਇਆ ਜਾਣ ਲੱਗ ਪਿਆ। ਇੱਕ ਤਾਂ ਇਹ ਚੇਂਜ ਹੋਇਆ। ਇੱਕ ਨਵਾਂ ਸੈਕਸ਼ਨ ਇੰਸਰਟ ਕੀਤਾ ਗਿਆ ਅਤੇ ਡਿਫਾਈਨ ਕੀਤਾ ਗਿਆ ਕਮਿਊਨੀਕੇਸ਼ਨ ਡਿਵਾਈਸ ਨੂੰ। ਤਾਂ ਇਸ ਦਾ ਕੀ ਮਤਲਬ ਹੁੰਦਾ, ਓਲ ਸੈੱਲਫੋਨਸ, ਪਰਸਨਲ ਡਿਜੀਟਲ ਅਸਿਸਟੈਂਸ, ਕੰਬੀਨੇਸ਼ਨ ਆਫ ਦੀ ਬੋਥ ਔਰ ਐਨੀ ਅਦਰ ਐਡਵਾਈਸ ਕਿਹਾ ਗਿਆ, ਮਾਫ ਕਰਨਾ, ਡਿਵਾਈਸ यूज टू कम्युनिकेट, सेंड और ट्रांसमिट एनी टेक्स्ट, वीडियो, ऑडियो और इमेज। डन। ਇਹਦੀ ਇੱਕ ਡੈਫੀਨੇਸ਼ਨ ਉਹਨਾਂ ਨੇ ਚੇਂਜ ਕੀਤਾ, ਯਾਨੀ ਕਿ ਕਮਿਊਨੀਕੇਸ਼ਨ ਡਿਵਾਈਸ ਦਾ ਮਤਲਬ ਕੀ ਹੋਇਆ। ਡਨ। ਅਤੇ ਇੱਕ ਹੋਰ ਨਵਾਂ ਸੈਕਸ਼ਨ ਇੰਸਰਟ ਕੀਤਾ ਐਡਿਟ ਟੂ ਡਿਫਾਈਨ ਸਾਈਬਰ ਕੈਫੇ ਨੂੰ ਉਹਨਾਂ ਨੇ ਡਿਫਾਈਨ ਕੀਤਾ ਕਿ ਸਾਈਬਰ ਕੈਫੇ ਕੀ ਹੋਏਗਾ। ਕਹਿੰਦੇ ਹੈਜ਼ ਐਨੀ ਫੈਸਿਲਿਟੀ ਫਰੋਮ ਦਾ ਵੇਅਰ ਦਾ ਅਸੈਸ ਟੂ ਇੰਟਰਨੈਟ ਇਜ਼ ਆਫਰਡ ਬਾਈ ਐਨੀ ਪਰਸਨ ਇਨ ਦਾ ਆਰਡੀਨਰੀ ਕੋਰਸ ਆਫ ਬਿਜ਼ਨਸ ਟੂ ਦਾ ਮੈਂਬਰਸ ਆਫ ਟੂ ਦਾ ਪਬਲਿਕ। ਡਨ। ਇੱਕ ਨਿਊ ਡੈਫੀਨੇਸ਼ਨ ਇੰਸਰਟ ਕੀਤੀ ਗਈ ਇੰਟਰਮੀਡੀਏਰੀ ਦੀ। ਡਨ। ਕਿ ਇਸ ਦੀ ਨਵੀਂ ਕੀ ਹੋਏਗੀ। ਠੀਕ ਹੈ। ਇੱਕ ਨਵਾਂ ਸੈਕਸ਼ਨ 10A ਇੰਸਰਟ ਕੀਤਾ ਗਿਆ ਡੈਟ ਅਫੈਕਟ ਡੈਟ ਕੰਟਰੈਕਟਸ ਕੰਕਲੂਡਡ ਇਲੈਕਟ੍ਰੋਨਿਕਲੀ ਸ਼ੈਲ ਨੋਟ ਬੀ ਡੀਮਡ ਟੂ ਬੀ ਅਨਇਨਫੋਰਸੇਬਲ solely on the ground that electronic form or means was used। then ਤੇ ਜਿਹੜੇ damages ਹੋਣਗੇ of 1 crore prescribed under section 43 earlier act 2000 was damage to computer system has been deleted and the relevant part of section has been substituted by the words he shall be liable to pay damages by way of compensation to the person so affected। ਕਹਿੰਦੇ ਮੰਨ ਲਓ ਕਿ ਸਾਈਬਰ ਕ੍ਰਾਈਮ ਦੁਆਰਾ ਕਿਸੇ ਵੀ ਇਸੇ ਚੀਜ਼ ਦੁਆਰਾ ਜਾਂ ਕਿਸੇ ਦਾ ਨੁਕਸਾਨ ਹੁੰਦਾ, ਠੀਕ ਹੈ, ਕਿਸੇ ਪਰਸਨ ਦਾ ਨੁਕਸਾਨ ਹੁੰਦਾ, ਉਸਦੀ ਮਤਲਬ ਕਿ ਉਸਦੇ ਡਾਟੇ ਦਾ ਨੁਕਸਾਨ ਹੁੰਦਾ ਹੈ ਜਾਂ ਉਸਦੀ ਲਾਈਫ ਨੂੰ ਲੈ ਕੇ, ਉਹਦੇ ਕੰਮ ਨੂੰ ਲੈ ਕੇ ਕੋਈ ਨੁਕਸਾਨ ਹੁੰਦਾ, ਤਾਂ ਉਹ ਪਰਸਨ, ਜੋ ਵੀ ਬੰਦਾ ਇਸ ਨੂੰ ਕਮਿਟ ਕਰਦਾ, ਠੀਕ ਹੈ, ਉਹ ਪਰਸਨ ਡੈਮੇਜਸ ਭਰੇਗਾ। ਪਹਿਲੇ ਤਾਂ ਇਹ ਸੀ ਕਿ ਉਹਨੂੰ ਭਰਨਾ ਹੀ ਪੈਣਾ ਸੀ। ਡਨ। ਯਾਨੀ ਕਿ ਇੰਨਾ 1 ਕਰੋੜ ਰੁਪਇਆ, ਮਗਰ ਇਸ ਨੂੰ ਚੇਂਜ ਕਰਕੇ ਇਹਨਾਂ ਨੇ ਕਿਹਾ ਕਿ ਹੀ ਸ਼ੈਲ ਬੀ ਲਾਇਬਲ, ਕਿ ਇਹ ਲਾਇਬਲ ਹੋਏਗਾ। ਡਨ। ਇਹਨਾਂ ਦੋਨਾਂ 'ਚ ਫਰਕ ਹੈ। ਇੱਕ ਹੁੰਦਾ ਕਿ ਪੱਕਾ ਮੋਹਰ ਲਾ ਦੇਣਾ, ਇੱਕ ਹੁੰਦਾ ਕਿ ਦੇਖਾਂਗੇ ਕਿ 1 ਕਰੋੜ ਦਾ ਨੁਕਸਾਨ ਭਰਨਾ ਹੈ, ਕਿੰਨਾ ਭਰਨਾ। ਡਨ। ਇਹ ਇੱਕ ਉਹਦਾ ਫਲੋ ਸੀ, ਲੂਪ ਹੋਲ ਸੀ, ਉਸਨੂੰ ਉਹਨਾਂ ਨੇ ਚੇਂਜ ਕੀਤਾ 2008 ਦੇ ਐਕਟ ਵਿੱਚ। ਡਨ। ਇੱਕ ਨਵਾਂ ਸੈਕਸ਼ਨ ਇਹਨਾਂ ਨੇ ਐਡ ਕੀਤਾ 43A ਇੰਸਰਟ ਕੀਤਾ ਅਤੇ ਪ੍ਰੋਟੈਕਟ ਕੀਤਾ ਸੈਂਸਿਟਿਵ ਜਿਹੜਾ ਪਰਸਨਲ ਡਾਟਾ ਸੀ। ਠੀਕ ਹੈ। ਔਰ ਇਨਫੋਰਮੇਸ਼ਨ ਪ੍ਰੋਸੈਸ deal or handled by the body corporate in computer resource which such body corporate owns, controls, operates if such body corporate is negligent in implementing and maintaining reasonable security practice and procedures and thereby causing the wrongful loss or wrongful gain to any person, it shall be liable to pay damages by way of compensation to the person so affected। Then section 66A to 66F has been added ਕੀਤੇ ਗਏ। ਠੀਕ ਹੈ। ਸੈਕਸ਼ਨ 66 ਕੀ ਪ੍ਰਸਕ੍ਰਾਈਬ ਕਰਦਾ ਸੀ, ਪਨਿਸ਼ਮੈਂਟ ਫॉर offences such as electronic message transmission, ठीक है, obscene such as obscene electronic message transmission, identity theft, ठीक है, चीटिंग करना by impersonation using computer resource, वायलेशन करना किसी प्राइवेसी का, तो साइबर ਟੈਰਰਿਜ਼ਮ ਫੈਲਾਉਣਾ। ਦੈਨ ਜੇ ਇਸ ਤਰ੍ਹਾਂ ਦੇ ਕੋਈ ਮਤਲਬ ਕਿ ਤੁਸੀਂ ਜੁਰਮ ਕਰਦੇ ਹੋ ਤਾਂ ਉਸ ਵਿੱਚ ਉਹਨਾਂ ਨੇ ਪਨਿਸ਼ਮੈਂਟ ਬਾਰੇ ਦੱਸਿਆ ਹੋਇਆ। ਕਿਹੜੇ ਸੈਕਸ਼ਨ ਵਿੱਚ? 66 ਦੇ ਸੈਕਸ਼ਨ ਵਿੱਚ। ਠੀਕ ਹੈ। ਸੈਕਸ਼ਨ 66। ਓਕੇ।
ਸੈਕਸ਼ਨ 67 ਕੀ ਕਹਿੰਦਾ ਹੈ? ਇਹ ਕਹਿੰਦਾ ਹੈ ਕਿ ਇਸਨੇ ਸੈਕਸ਼ਨ 67 IT ਐਕਟ 2000 ਨੂੰ ਅਮੈਂਡ ਕੀਤਾ ਅਤੇ ਰਿਡਿਊਸ ਕੀਤਾ ਟਰਮ, ਯਾਨੀ ਕਿ ਜੇਲ੍ਹ ਦਾ ਜਿਹੜਾ ਟਰਮ ਸੀ ਉਹਨਾਂ ਨੇ ਉਹਨੂੰ ਰਿਡਿਊਸ ਕੀਤਾ। ਪਹਿਲੇ ਜ਼ਿਆਦਾ ਹੋਣ ਉਸ ਨੂੰ ਉਹਨਾਂ ਨੇ ਰਿਡਿਊਸ ਕੀਤਾ। ਕਿੰਨਾ ਰਿਡਿਊਸ ਕੀਤਾ? ਪਹਿਲੇ 5 ਸਾਲ ਦੀ ਸਜ਼ਾ ਸੀ। ਜਿਸ ਤਰ੍ਹਾਂ ਦਾ ਕੋਈ ਕ੍ਰਾਈਮ ਤੁਸੀਂ ਕਰਦੇ ਹੋ, ਸਾਈਬਰ ਕ੍ਰਾਈਮ ਕਰਦੇ ਹੋ ਜਾਂ ਕਿਸੇ ਦਾ ਪਰਸਨਲ ਡਾਟਾ ਯੂਜ਼ ਕਰਦੇ ਹੋ ਜਾਂ ਪ੍ਰਾਈਵੇਸੀ ਨੂੰ ਕਿਸੇ ਦੀ ਵਾਇਲੇਸ਼ਨ ਕਰਦੇ ਹੋ, ਡਨ, ਜਾਂ ਕੋਈ ਜਿਹੜਾ ਸੈਂਸਿਟਿਵ ਡਾਟਾ ਉਸ ਨੂੰ ਤੁਸੀਂ ਗਲਤ ਯੂਜ਼ ਕਰਦੇ ਹੋ, ਤਾਂ ਉਸ ਦੇ ਉੱਪਰ ਜਿਹੜੀ ਜੇਲ੍ਹ ਸੀ ਪਹਿਲੇ 5 ਸਾਲ ਸੀ, ਉਹਨੂੰ 3 ਸਾਲ ਕੀਤੀ। ਜਿਹੜਾ ਫਾਈਨ ਸੀ ਉਹ 5, ਯਾਨੀ ਕਿ ਆਪਣੀ ਗੱਲ ਕਰੀਏ 5 ਲੱਖ ਸੀ, ਠੀਕ ਹੈ, 5 ਲੱਖ ਸੀ, ਉਸ ਨੂੰ ਘਟਾ ਕੇ 1 ਲੱਖ ਕੀਤਾ, ਡਨ। ਅਤੇ ਇਸ ਵਿੱਚ ਸੈਕਸ਼ਨ 67 to 67 ਵੀ ਇਨਸਰਟ ਕੀਤਾ, ਠੀਕ ਹੈ। ਵਾਈਲ 67 A and B ਡੀਲ ਵਿਦ ਦੀ ਪੈਨਲ ਪ੍ਰੋਵੀਜ਼ਨ ਨਾਲ ਡੀਲ ਕਰਦੇ ਨੇ, ਓਕੇ, ਆਫ ਦੀ offences of publishing or transmitting of material containing sexual explicit act and child pornography in the electronic form। ਸੈਕਸ਼ਨ 67 ਡੀਲ ਕਿਹਦੇ ਨਾਲ ਕਰਦਾ ਹੈ? obligation of intermediary to preserve and return such information has been specified for such duration in such manner and format has the central government may prescribe, ਡਨ। ਹੁਣ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾਉਣਾ ਕਿ ਸੈਕਸ਼ਨ 62 ਕਿਹਦੇ ਨਾਲ ਡੀਲ ਕਰਦਾ ਹੈ? ਇਹ ਕਰਦਾ ਚਾਈਲਡ ਪੋਰਨੋਗ੍ਰਾਫੀ ਨਾਲ, ਡਨ। ਅਤੇ ਸੈਕਸ਼ਨ ਜਿਹੜਾ ਸੀ ਆਪਣਾ ਉਹ ਕਿਹਦੇ ਨਾਲ ਡੀਲ ਕਰਦਾ ਹੈ? ਇੰਟਰਮੀਡੀਏਰੀ ਨਾਲ, ਠੀਕ ਹੈ। ਜਿਹੜਾ ਇੰਟਰਮੀਡੀਏਰੀ ਹੁੰਦਾ ਉਸ ਨਾਲ ਰਿਲੇਟਿਡ ਉਹ ਡੀਲ ਕਰਦਾ, ਠੀਕ ਹੈ ਫਰੈਂਡਸ। ਜਿਸ ਕੋਲ ਸਾਰੀ ਇਨਫੋਰਮੇਸ਼ਨ ਰਹਿੰਦੀ ਹੈ ਤਾਂ ਉਸਨੂੰ ਆਪਣੀ ਇਨਫੋਰਮੇਸ਼ਨ ਨੂੰ ਉਹਨੇ ਕਿਸ ਤਰੀਕੇ ਨਾਲ ਯੂਜ਼ ਕਰਨਾ, ਕਿਸੇ ਸਪੈਸ਼ਲ ਡਿਊਰੇਸ਼ਨ ਤੱਕ ਉਹਨੇ ਯੂਜ਼ ਕਰਨਾ, ਓਕੇ। ਉਸ ਤੋਂ ਬਾਅਦ ਕਹਿੰਦੇ ਇਹ ਦੇਖਿਆ ਗਿਆ ਕਿ ਟੈਰਰਿਜ਼ਮ ਵਧਦਾ ਜਾ ਰਿਹਾ, ਠੀਕ ਹੈ, ਟੈਰਰਿਜ਼ਮ ਵਧਦਾ ਜਾ ਰਿਹਾ ਕੰਟਰੀ ਵਿੱਚ, ਤਾਂ ਨਿਊ ਅਮੈਂਡਮੈਂਟਸ ਲਿਆਂਦੀਆਂ ਗਈਆਂ ਅਤੇ ਸੈਕਸ਼ਨ 69 ਨੂੰ ਅਮੈਂਡ ਕੀਤਾ ਗਿਆ ਅਤੇ ਪਾਵਰ ਦਿੱਤੀ ਗਈ ਸਟੇਟ ਨੂੰ ਤਾਂ ਕਿ ਉਹ ਡਾਇਰੈਕਸ਼ਨਸ ਇਸ਼ੂ ਕਰ ਸਕੇ ਫੋਰ ਇੰਟਰਸੈਪਸ਼ਨ ਔਰ ਮੋਨੀਟਰਿੰਗ ਦੀ ਡਿਸਕ੍ਰਿਪਸ਼ਨ ਆਫ ਐਨੀ ਇਨਫੋਰਮੇਸ਼ਨ ਥਰੂ ਐਨੀ ਕੰਪਿਊਟਰ ਰਿਸੋਰਸ। Further section 69A and B, 2 new sections granted power to state to issue the direction for blocking the public access of any information through any computer resource and to authorize to monitor and collect the traffic data or information through any computer and cyber security, done। ਉਸ ਤੋਂ ਬਾਅਦ ਸੈਕਸ਼ਨ 79 of the act ਕੀ ਕਹਿੰਦਾ? which exempt ਕਰਦਾ intermediaries has been modified to the effect and intermediaries shall not be liable for any third party information data or communication link made available hosted by the him, done। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ the function of the intermediary is limited to providing access to communication system over which information made available by third parties transmitted or temporarily stored or hosted, done। ਹੁਣ ਉਸ ਤੋਂ ਬਾਅਦ ਅਗਲਾ ਜੇ ਆਪਾਂ ਗੱਲ ਕਰੀਏ ਇਸ ਕਾਨੂੰਨ 'ਚ ਕੀ ਲਿਖਿਆ ਹੋਇਆ 2008 ਦੇ ਵਿੱਚ, ਜੇ ਆਪਾਂ ਇਹਦੇ ਸੇਲੀਅੰਟ ਫੀਚਰਸ ਦੇਖੀਏ, ਆਪਣਾ ਅਗਲਾ ਸੇਲੀਅੰਟ ਫੀਚਰ ਕੀ ਕਹਿੰਦਾ ਕਿ ਇਸ ਵਿੱਚ ਜਿਹੜਾ ਇੰਟਰਮੀਡੀਏਰੀ ਦਾ ਜਿਹੜਾ ਫੰਕਸ਼ਨ ਹੈ ਉਹਨੂੰ ਲਿਮਿਟ ਕੀਤਾ ਗਿਆ ਕਿ ਜੋ ਅਸੈਸ ਪ੍ਰੋਵਾਈਡ ਕਰਦਾ ਕਮਿਊਨੀਕੇਸ਼ਨ ਸਿਸਟਮ ਲਈ, ਮਤਲਬ ਕਿ ਜਿਸ ਵਿੱਚ ਇਨਫੋਰਮੇਸ਼ਨ ਅਵੇਲੇਬਲ ਹੁੰਦੀ ਹੈ ਬਾਈ ਥਰਡ ਪਾਰਟੀਜ਼ ਇਜ਼ ਟਰਾਂਸਮਿਟਡ ਔਰ ਟੈਂਪਰੇਰੀ ਸਟੋਰਡ ਔਰ ਹੋਸਟਡ, ਉਸ ਨੂੰ ਲਿਮਿਟ ਕੀਤਾ ਗਿਆ, ਡਨ। The intermediary ਕਹਿੰਦੇ does not initiate the transmission or select the receiver of the transmission and select or modify the information contained in the transmission, done। ਉਸ ਤੋਂ ਬਾਅਦ ਕਹਿੰਦੇ ਇਹ ਤੁਸੀਂ ਰਹਿਣ ਦਿਓ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਹਿੰਦੇ the provision has been added to section 81 which states that the provision of the act shall have the overriding effect। The provision states that nothing contained in the act shall restrict any person from exercising any right conferred under right copyright act 1957। ਸੋ ਇਹ ਵੀ ਤੁਸੀਂ ਰਹਿਣ ਦਿਓ, ਤੁਹਾਡੇ ਕੰਮ ਦਾ ਨਹੀਂ ਹੈ, ਠੀਕ ਹੈ। ਸੋ ਤੁਹਾਨੂੰ ਉਰੇ ਤੱਕ ਹੀ ਪੜ੍ਹਨਾ ਹੈ, ਡਨ। ਸੋ ਅੱਜ ਆਪਾਂ ਨੇ 2008 ਵਾਲਾ ਐਕਟ ਦੇਖਿਆ। ਆਉਣ ਵਾਲੇ ਲੈਕਚਰ ਵਿੱਚ ਆਪਾਂ ਇਸ ਤੋਂ ਬਾਅਦ ਜੋ ਅਮੈਂਡਮੈਂਟ ਹੁੰਦੀ ਗਈ ਉਹਨਾਂ ਬਾਰੇ ਆਪਾਂ ਜਾਣਕਾਰੀ ਲੈਂਦੇ ਜਾਵਾਂਗੇ। ਸੋ ਥੈਂਕ ਯੂ ਵੈਰੀ ਮੱਚ, ਟੇਕ ਕੇਅਰ।